अमरदास गुर हिरदे ध्यानु, गुर हिरदे ध्यानु। श्री गुरु रामदास गुण गानो, श्री अर्जन विगन के नासक, विगनन के नासक। हर गोबिंद सोब समत प्रकाशक। श्री हरि राय नमो कर जोरी, नमो कर जोरी। गुर हरि कृष्ण मनाए बहोरी, तेग बहादुर परम कृपाला, परम कृपाला। श्री गुरु गोबिंद सिंह बेसाला, तारो तारा तारे पुन पुन सीसा, पुन पुन सीसा। बंदो बार बार जगदीसा, जामे अमृत ज्ञान है मानक भगत बरागा। श्री गुरु ग्रंथ साहिब उदद, बंदो घर नरा। एक ओंकार सतगुरु तेह प्रसाद सच होए। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। वाहिगुरु जी का खालसा, वाहिगुरु जी की फतेह। तखत जबर शतर दे मालिक, हाजरा हजूर सर्व कला भरपूर। सर्व जीवां दे कल्याणकारी ज्ञान दे सागर, जुगो जुग अटल। धन धन साहिब श्री गुरु ग्रंथ साहिब महाराज जी की पावन पवित्र हाजरी अंदर सच बैठे गुरु रूप गुरु खालसा साध संगत जी आप बड़ भागी हो। मेरी पीरी दे मालिक गुरु हरगोबिंद स्वामी महाराज जी दे दरों घरों वरसाए हुए बहादुर बाबा बिधि चंद जी के पावन पवित्र अस्थान गुरुद्वारा भट साहिब विखे पिछले पहर का दीवान श्री गुरु प्रताप सूरज ग्रंथ की लड़ीवार कथा तो प्रारंभ होता है, जो आप हर रोज देवतियों की तरफ सज के सतगुरां दा पावन पवित्र इतिहास श्रवण करते हो। लड़ीवार कथा गुरु हरगोबिंद साहब महाराज जी का पवित्र जीवन चल रहा है, जिहदे विच सतगुरु जी अमृतसर की धरती ते सज के
ਜੀਵਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਿਰਤਾਰਥ ਕਰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫੌਜਾਂ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ, ਜੀਵਾਂ ਦੇ ਭਲੇ ਪਰਉਪਕਾਰ ਦੇ ਵਾਸਤੇ ਵਿਚਰਦੇ। ਜਿਵੇਂ ਕਿ ਗੁਰੂ ਸਾਹਿਬ ਜੀ ਫੌਜਾਂ ਨੂੰ ਲੈ ਕੇ ਜਿੱਥੇ ਸਤਿਗੁਰੂ ਜੀ ਨੇ ਅਵਤਾਰ ਧਾਰਨਾ ਕੀਤਾ, ਉੱਥੇ ਵਡਾਲੀ ਨਗਰ ਦੇ ਵਿੱਚ ਗਏ, ਜਿੱਥੇ ਕਿ ਬਾਬਾ ਬੁੱਢਾ ਜੀ ਦੇ ਬਚਨ ਦੇ ਅਨੁਸਾਰ ਜਿਹੜਾ ਸਿੱਖ ਨੂੰ ਬਚਨ ਹੋ ਗਿਆ ਸੀ ਕਿ ਸੂਰ ਦੀ ਜੂਨੇ ਪਵੇਗਾ, ਉਸ ਸੂਰ ਦਾ ਉਧਾਰ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਕਰਨਾ ਕੀਤਾ। ਉਹ ਤੋਂ ਉਪਰੰਤ ਬਾਬਾ ਭਾਨਾ ਜੀ, ਬਾਬਾ ਬੁੱਢਾ ਜੀ ਦੀ ਬੰਸ ਦੇ ਵਿੱਚੋਂ ਉਹਨਾਂ ਦੇ ਸੁਪੁੱਤਰ, ਉਹਨਾਂ ਨੇ ਬੇਨਤੀ ਕੀਤੀ, ਜੀ ਗਰੀਬ ਨਵਾਜ਼, ਇਹ ਜੋ ਸੂਰ ਮਾਰਿਆ ਹੈ ਇਹਦਾ ਕੀ ਕਾਰਨ ਹੈ, ਕੀ ਕੌਤਕ ਹੈ? ਸਤਿਗੁਰੂ ਜੀ ਨੇ ਦਰਸਾਉਣਾ ਕੀਤਾ ਕਿ ਇਹ ਪਿਛਲੇ ਜਨਮ ਦੇ ਵਿੱਚ ਮਹਾਂਪੁਰਖ ਬਾਬਾ ਬੁੱਢਾ ਜੀ ਦੇ ਐਸੇ ਬਚਨ ਹੋ ਗਏ ਜਿਹਦੇ ਕਾਰਨ ਇਹਨੂੰ ਸੂਰ ਦੀ ਜੂਨ ਦੇ ਵਿੱਚ ਪੈਣਾ ਪਿਆ। ਇਸ ਕਰਕੇ ਅਸੀਂ ਇੱਥੇ ਚੱਲ ਕੇ ਆਏ ਕਿ ਇਹਦਾ ਉਧਾਰ ਕਰ ਦਈਏ। ਸਤਿਗੁਰੂ ਜੀ ਨੇ ਇਹ ਪ੍ਰਤੱਖ ਉਦਾਹਰਨ ਦੇ ਕੇ ਸਿੱਖਾਂ ਨੂੰ ਸਮਝਾਉਣਾ ਕੀਤਾ ਕਿ ਬਾਬਾ ਬੁੱਢਾ ਜੀ ਕੈਸੀ ਵੱਡੀ ਮਹਾਨ ਹਸਤੀ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਕਰਕੇ 6 ਪਾਤਸ਼ਾਹੀਆਂ ਦੇ ਪ੍ਰਤੱਖ ਦਰਸ਼ਨ ਦੀਦਾਰ ਕੀਤੇ, 6 ਸਤਿਗੁਰਾਂ ਦੇ ਨਾਲ ਵਿਚਰ ਕੇ ਜਿੱਥੇ ਸੇਵਾ ਕੀਤੀ, ਸਿਮਰਨ ਕੀਤਾ, ਉੱਥੇ ਗੁਰੂ ਘਰ ਦੇ ਵਿੱਚ ਸਾਰੀ ਜ਼ਿੰਮੇਵਾਰੀ ਦੇ ਨਾਲ ਇਹ ਕਾਰਜ ਨਿਭਾਉਣਾ ਕੀਤੇ। ਇਹ ਬਖਸ਼ਿਸ਼ਾਂ ਬਾਬਾ ਬੁੱਢਾ ਜੀ ਨੂੰ ਪ੍ਰਾਪਤ ਹੋਈਆਂ ਕਿ 6 ਪਾਤਸ਼ਾਹੀਆਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਬਾਬਾ ਬੁੱਢਾ ਜੀ ਮੋਹਰੀ ਸਿੱਖ ਹੋ ਕੇ ਸੇਵਾ ਕਰਦੇ ਰਹੇ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅੰਤ ਸਮੇਂ ਵੀ ਗੁਰੂ ਸਾਹਿਬ ਜੀ ਨੇ ਹੱਥੀਂ ਬਾਬਾ ਜੀ ਦੀ ਕਰਮ ਕਿਰਿਆ ਕੀਤੀ। ਸੋ ਐਸੀ ਮਹਾਨਤਾ ਵਾਲੇ ਬਾਬਾ ਬੁੱਢਾ ਜੀ, ਜਿਨ੍ਹਾਂ ਦੇ ਸੁਦੇ ਸਿੱਧ ਬਚਨ ਦੇ ਨਾਲ ਇੱਕ ਸਿੱਖ ਨੂੰ ਸੂਰ ਬਣਨਾ ਪਿਆ। ਸੋ ਇਹ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ ਸੀ। ਅੱਗੇ ਗੁਰੂ ਸਾਹਿਬ ਜੀ ਜਿਵੇਂ ਕੌਤਕ ਰੱਖਦੇ, ਬਖਸ਼ਿਸ਼ਾਂ ਕਰਦੇ, ਇਤੋਂ ਪ੍ਰਸੰਗ ਅੱਗੇ ਪ੍ਰਾਰੰਭ ਹੋਣ ਲੱਗਾ। ਸਤਿਗੁਰੂ ਜੀ ਕਿਰਪਾ ਕਰਨ, ਆਪਣੀ ਕਥਾ ਆਪ ਕਰਵਾ ਲੈਣ। ਆਪ ਸੰਗਤਾਂ ਮਨ ਬਿਰਤੀਆਂ ਏਕਾਗਰ ਕਰਦੇ ਹੋਏ ਬਖਸ਼ੋ ਆਸੀਸ। ਗੱਜ ਕੇ ਬੋਲਣਾ ਕਰੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਗੋਬਿੰਦ ਗੁਰ ਕਰਤ ਬਿਲਾਸ ਉਲਾਸ। ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਐਸੀ ਕੌਤਕ ਤੇ ਰਹਿਮਤਾਂ ਦੇ ਬਖਸ਼ਿਸ਼ਾਂ ਕਰਦੇ। ਦਾਸਨ ਕੀ ਹਰ ਤਰਾਸ ਕੋ ਦਇਆ ਆਪਣ ਪਰਵਾਸ। ਆਪਣੇ ਦਾਸਾਂ ਦੇ, ਸੇਵਕਾਂ ਦੇ ਦੁੱਖਾਂ ਨੂੰ ਨਿਵਰਤ ਕਰਦੇ। ਜੋ ਵੀ ਭਾਵਨਾ ਲੈ ਕੇ ਸਿੱਖ ਆਉਂਦਾ ਹੈ, ਉਹਦੀ ਭਾਵਨਾ ਦੇ ਅਨੁਸਾਰ ਸੁਭ ਭਾਵਨਾ ਪੂਰੀ ਕਰ ਦਿੰਦੇ। ਚੌਪਈ ਏਕ ਦਿਵਸ ਸ੍ਰੀ ਅੰਮ੍ਰਿਤਸਰ ਕੇ। ਇੱਕ ਦਿਨ ਸਤਿਗੁਰੂ ਜੀ ਅੰਮ੍ਰਿਤ ਸਰੋਵਰ ਦੇ ਕਿਨਾਰੇ ਸਜੇ ਹੋਏ, ਘਾਟ ਪਰ ਬੈਠੇ ਮੱਜਣ ਕਰਕੇ। ਕਵੀ ਜੀ ਕਹਿੰਦੇ ਇਸ਼ਨਾਨ ਕੀਤਾ, ਉਪਰੰਤ ਆਪਣੇ ਸੁੰਦਰ ਵਸਤਰ ਪਾ ਕੇ ਸਰੋਵਰ ਦੇ ਕਿਨਾਰੇ ਸਜ ਗਏ। ਦੁਖ ਭੰਜਨ ਬਦਲੀ ਅਸਥਾਨ। ਦੁੱਖ ਭੰਜਣੀ ਵਾਲੀ ਜਿਹੜੀ ਬੇਰੀ ਹੈ, ਉਸ
ਅਸਥਾਨ ਦੇ ਸਤਿਗੁਰੂ ਜੀ ਪਾਸ ਸੱਜ ਗਏ ਸੁਪਟਮ ਸੰਤ ਸਿੱਖ ਤਹਿ ਆਨ ਤੇ ਸਤਿਗੁਰਾਂ ਦੇ ਪਾਸ ਕੁਝ ਮੁਖੀ ਸਿੱਖ ਤੇ ਕੁਝ ਮਸੰਦ ਵੀ ਚਾਰ ਸਵੇਰੇ ਬੈਠੇ ਹੋਏ। ਸਤਿਗੁਰ ਕੀ ਚੌਗਿਰਦ ਸੁਹਾਏ ਸਤਿਗੁਰੂ ਜੀ ਦੇ ਚਾਰ ਸਵੇਰੇ ਕੁਝ ਸੰਗਤਾਂ ਵੀ ਬੈਠੀਆਂ ਹੋਈਆਂ ਹੈ। ਜਥਾ ਚੰਦ ਪਰਵਾਰਨ ਪਾਏ ਕਵੀ ਜੀ ਕਹਿੰਦੇ ਜਿਵੇਂ ਚੰਦਰਮਾ ਨੂੰ ਪਰਿਵਾਰ ਨੇ ਘੇਰਿਆ ਹੁੰਦਾ ਹੈ, ਇਵੇਂ ਚਾਰ ਸਵੇਰੇ ਸਿੱਖ ਤੇ ਸੰਗਤਾਂ ਬੈਠੀਆਂ ਹੋਈਆਂ। ਦੁਖ ਭੰਜਨ ਗੁਰੂ ਸਤਿ ਪ੍ਰਸੰਗ ਕਹਿੰਦੇ ਐਸਾ ਪ੍ਰਸੰਗ ਜਿਹੜਾ ਦੁੱਖ ਭੰਜਣੀ ਬੇਰੀ ਵਾਲਾ, ਉਹਦੇ ਬਾਰੇ ਸੰਗਤਾਂ ਗੁਰੂ ਜੀ ਨੂੰ ਪੁੱਛਣ ਲੱਗੀਆਂ। ਭਾਨਾ ਪੂਜਿਤ ਕਾ ਗੁਰ ਸੰਗ ਬਾਬਾ ਭਾਨਾ ਜੀ ਜੋ ਕਿ ਬਾਬਾ ਬੁੱਢਾ ਜੀ ਦੇ ਪੁੱਤਰ, ਉਹ ਸਤਿਗੁਰੂ ਜੀ ਨੂੰ ਦੁੱਖ ਭੰਜਣੀ ਬੇਰੀ ਦਾ ਪ੍ਰਸੰਗ ਪੁੱਛਣ ਲੱਗੇ। ਸ੍ਰੀ ਹਰਿ ਗੋਬਿੰਦ ਤਮਹਿ ਬਖਾਨਾ ਕਹਿੰਦੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ, ਜੀ ਗਰੀਬ ਨਵਾਜ ਆਪ ਜਿੱਥੇ ਸਜੇ ਹੋਏ ਦੁੱਖ ਭੰਜਣੀ ਬੇਰੀ, ਇਹਦਾ ਇਤਿਹਾਸ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਇਸ ਬਦਰੀ ਤੇ ਤੀਰਥ ਜਾਨਾ ਸਤਿਗੁਰੂ ਜੀ ਕਹਿਣ ਲੱਗੇ, ਭਾਈ ਭਾਨਾ ਜੀ ਇਹ ਜੋ ਬੇਰੀ ਮਹਾਨ ਖੜੀ ਹੈ ਜਿਹਦਾ ਨਾਮ ਦੁੱਖ ਭੰਜਣੀ ਬੇਰੀ, ਇਹ ਜਿਹੜਾ ਤੀਰਥ ਦੀ ਰਚਨਾ ਹੋਈ ਹੈ, ਇਸ ਭਾਵ ਕੇ ਬੇਰੀ ਤੋਂ ਹੀ ਇਹ ਮਹਾਨ ਤੀਰਥ ਦੀ ਰਚਨਾ ਹੋਈ। ਉਸ ਚੌਥੇ ਸਤਿਗੁਰ ਕਰ ਗਏ ਤੇ ਕੁਝ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਤੋਂ ਪਹਿਲੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇੱਥੇ ਚਰਨ ਪਾਉਣਾ ਕੀਤੇ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਤਿਗੁਰੂ ਜੀ ਦੱਸ ਕੇ ਗਏ ਕਿ ਪੁਰਖਾ ਇੱਥੇ ਸਰੋਵਰ ਬਣਾਉਣਾ ਹੈ। ਇੱਕ ਸੰਤੋਖ ਸਰ ਵਾਲੀ ਜਗ੍ਹਾ ਸਤਿਗੁਰੂ ਜੀ ਨੇ ਦੱਸਣਾ ਕੀਤੀ। ਉਹ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਥੇ ਸਰੋਵਰ ਦੀ ਪ੍ਰਾਰੰਭਤਾ ਕਰਨਾ ਕੀਤੀ। ਸ੍ਰੀ ਗੁਰ ਪੰਚਮ ਖੋਜਤ ਭਏ ਉਹ ਤੋਂ ਉਪਰੰਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਰੀ ਖੋਜ ਕਰਨਾ ਕੀਤੀ। ਰਾਜ ਸਦਾ ਕੁਸ਼ਤੀ ਪਤ ਧਰਿਓ ਕਹਿੰਦੇ ਕਿ ਅੱਗੇ ਜਿਵੇਂ ਇੱਕ ਰਾਜੇ ਦੀ ਲੜਕੀ ਜਿਹੜੀ ਸੀ, ਉਹਦੇ ਤੋਂ ਇਹ ਅਸਥਾਨ ਪ੍ਰਗਟ ਹੋਇਆ ਹੈ। ਆਪ ਜਾਏ ਕਿਤ ਮੰਗਣ ਕਰਿਓ ਕਹਿੰਦੇ ਕਿ ਇੱਕ ਰਾਜਾ ਜੋ ਕਿ ਪੱਟੀ ਦੇ ਰਹਿਣ ਵਾਲਾ, ਉਹਦੀ ਲੜਕੀ ਇੱਕ ਕੋੜੀ ਦੇ ਨਾਲ ਵਿਆਹੀ ਹੋਈ ਸੀ, ਜਿਹੜੀ ਕਥਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਆਪਾਂ ਪਿੱਛੇ ਸਰਵਣ ਕਰ ਰਹੇ। ਇਹ ਗੁਰੂ ਜੀ ਟੂਕ ਮਾਤਰ ਸਿੱਖਾਂ ਨੂੰ ਦੱਸ ਰਹੇ ਕਿ ਬੇਰੀ ਦਾ ਇਤਿਹਾਸ ਕੀ ਹੈ। ਸਤਿਗੁਰੂ ਜੀ ਕਹਿੰਦੇ ਇੱਕ ਰਾਜੇ ਦੀ ਲੜਕੀ ਕੋੜੀ ਪਤੀ ਦੇ ਨਾਲ ਵਿਆਹੀ ਹੋਣ ਦੇ ਕਾਰਨ ਉਹ ਆਪਣੇ ਪਤੀ ਨੂੰ ਇੱਥੇ ਛੱਡ ਕੇ ਕਿਤੇ ਪ੍ਰਸ਼ਾਦੇ ਮੰਗਣ ਵਾਸਤੇ ਗਈ ਹੋਈ ਸੀ। ਆਇਸ ਕੋ ਕੁਸ਼ਤੀ ਕਰਿਓ ਕਹਿੰਦੇ ਉਹ ਜਿਹੜਾ ਕੋੜੀ ਹੈ, ਉਹਨੇ ਦੇਖਿਆ ਕਿ ਕਾਂ ਆਉਂਦੇ, ਉਹ ਹੰਸ ਬਣ ਕੇ ਤੇ ਉੱਡ ਜਾਂਦੇ। ਇੱਕ ਛਪੜੀ ਹੈ ਜਿਹਦੇ ਵਿੱਚ ਕਾਂ ਆਪਣੇ ਸਰੀਰ ਕਾਲੇ ਨੂੰ ਲੈ ਕੇ ਆਉਂਦੇ ਤੇ ਸੌਸ ਚਿੱਟੇ ਹੋ ਜਾਂਦੇ ਤੇ ਉੱਡ ਕੇ ਚਲੇ ਜਾਂਦੇ। ਇਹ ਕੋੜੀ ਨੇ ਪ੍ਰਤੱਖ ਜਦੋਂ ਇਹ ਕੌਤਕ ਅੱਖਾਂ ਦੇ ਨਾਲ ਤੱਕਣਾ ਕੀਤਾ। ਜਲ ਮੱਜਣ ਤੇ ਪਾਦਨ ਹਰਿਓ ਕਹਿੰਦੇ ਕੋਨੇ ਵੀ ਰਿੜ ਖੁੜ ਕੇ ਉਸ ਛਪੜੀ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ। ਆਏ ਵਿਖਿਓ ਪ੍ਰਤੀਤ ਨ ਧਰੈ ਕਹਿੰਦੇ ਉਹ ਜਿਹੜਾ ਕੋੜੀ ਸੀ ਉਹ ਤੰਦਰੁਸਤ ਹੋ ਗਿਆ, ਉਹਦਾ ਸਰੀਰ ਨਵਾਂ ਨਰੋਆ ਹੋ ਗਿਆ। ਤੇ ਕੋੜੀ ਜਿਸ ਵੇਲੇ ਬੈਠਾ ਹੋਇਆ ਸੀ ਟੋਕਰੀ ਦੇ ਉੱਪਰ, ਜਿਹੜੀ ਟੋਕਰੀ ਦੇ ਵਿੱਚ ਬੀਬੀ ਰਾਜ ਕੌਰ ਨੇ ਉਹਨੂੰ ਬਿਠਾਇਆ ਹੋਇਆ ਸੀ, ਕੋੜੀ ਉਹਨੂੰ ਮੋਤੀ ਮਾਰ ਕੇ ਉੱਪਰ ਬੈਠਾ ਹੋਇਆ। ਇਹ ਜਦੋਂ ਉਸ ਲੜਕੀ ਨੇ ਦੇਖਿਆ ਕਿ ਮੇਰਾ ਪਤੀ ਤੇ ਕੋੜੀ ਹੈ, ਇਹ ਕੌਣ ਹੈ ਜਿਹੜਾ ਮੇਰੇ ਰੂਪ ਤੇ ਲੁਭਾਏਮਾਨ ਹੋ ਗਿਆ? ਮੇਰਾ ਪਤੀ ਹੋ ਸਕਦਾ ਕਿ ਇਹਨੇ ਮਾਰ ਦਿੱਤਾ ਹੋਵੇ ਜਾਂ ਪਤਾ ਨਹੀਂ ਕਿੱਥੇ ਸੁੱਟ ਆਇਆ ਹੋਵੇ। ਉਹਨੇ ਭਾਰੀ ਰੌਲਾ ਪਾਉਣਾ ਕੀਤਾ ਕਿ ਮੇਰਾ ਪਤੀ ਕਿੱਧਰ ਚਲੇ ਗਿਆ, ਇਹ ਕੌਣ ਹੈ?
ਉਸ ਬੀਬੀ ਨੇ ਜਦੋਂ ਮਨ ਦੇ ਵਿੱਚ ਇਹ ਚਿੰਤਾ ਜ਼ਾਹਰ ਕੀਤੀ, ਅਪਰ ਪੁਰਖ ਇਹੋ ਸ਼ੰਕਾ ਕਰੈ। ਕਹਿੰਦੇ ਹੋਰ ਲੋਕ ਵੀ ਆਣ ਕੇ ਇਕੱਤਰ ਹੋ ਗਏ ਸ੍ਰੀ ਸਤਿਗੁਰ ਜੀ ਨਿਕਟ ਤੇ ਸੁਧਾਰੇ। ਲੋਕਾਂ ਨੇ ਕਿਹਾ ਕਿ ਬੀਬੀ ਤੂੰ ਇਸ ਵੇਲੇ ਗੁਰੂ ਸਾਹਿਬ ਜੀ ਦੇ ਪਾਸ ਜਾ, ਉਹ ਨਿਰਣਾ ਕਰਨਗੇ, ਕਿਉਂਕਿ ਉਹ ਪਾਸ ਹੀ ਸਜੇ ਹੋਏ ਹੈ, ਸੰਗਤਾਂ ਬੇਅੰਤ ਉਹਨਾਂ ਦੇ ਪਾਸ ਸਜੀਆਂ, ਤੇ ਤੂੰ ਵੀ ਆਪਣੀ ਵੇਦਨਾ ਲੈ ਕੇ ਜਾ। ਉਹ ਫਿਰ ਕੋੜੀ ਪਤੀ ਨੂੰ ਜਿਹੜਾ ਤੰਦਰੁਸਤ ਹੋਇਆ ਸੀ ਉਹਨੂੰ ਨਾਲ ਲੈ ਕੇ, ਕੁਝ ਜਿਹੜੀਆਂ ਸੰਗਤਾਂ ਖੜੀਆਂ ਹੋਈਆਂ ਸੀ ਉਹਨਾਂ ਨੂੰ ਨਾਲ ਲੈ ਕੇ ਜਿਸ ਵੇਲੇ ਸਤਿਗੁਰਾਂ ਦੇ ਪਾਸ ਚਲੇ ਗਈ, ਸਗਲੀ ਗਾਥਾ ਦੋਨ ਵਿਚਾਰੀ। ਤੇ ਦੋਨਾਂ ਨੇ ਹੀ ਆਪਣੀ ਜਿਹੜੀ ਗਾਥਾ ਹੈ ਗੁਰੂ ਸਾਹਿਬ ਜੀ ਨੂੰ ਦੱਸਣਾ ਕੀਤੀ। ਸੁਨ ਪ੍ਰਸੰਨ ਹੋਏ ਗੁਰ ਤਬ ਕਹਾ। ਕਹਿੰਦੇ ਗੁਰੂ ਸਾਹਿਬ ਜੀ ਨਾ ਪ੍ਰਸੰਨ ਹੋਏ। ਇਹ ਜਦੋਂ ਕਾਰਨ ਸੁਣਿਆ ਕਿ ਸਤਿਗੁਰੂ ਜੀ ਮੇਰਾ ਪਤੀ ਕੋੜੀ ਸੀ, ਇਹ ਮਨੁੱਖ ਪਤਾ ਨਹੀਂ ਕੌਣ ਹੈ, ਇਹ ਤੇ ਤੰਦਰੁਸਤ ਹੈ, ਇਹ ਮੈਨੂੰ ਕਹਿੰਦਾ ਮੈਂ ਤੇਰਾ ਪਤੀ। ਸਤਿਗੁਰੂ ਜੀ ਨੇ ਜਦੋਂ ਇਹ ਕੌਤਕ ਸੁਣਨਾ ਕੀਤਾ ਤੇ ਸਤਿਗੁਰੂ ਜੀ ਪਹਿਲੇ ਹੀ ਜਾਣਦੇ ਸੀ ਅੰਤਰਜਾਮੀ ਸਭ ਵਿਦ ਜਾਣੈ, ਤਾਂ ਕਿਸ ਮੈਂ ਆਪ ਸੁਣਾਈਏ। ਸਤਿਗੁਰੂ ਜੀ ਨੇ ਇਹ ਜਾਣਨਾ ਕੀਤਾ ਕਿ ਜਿਹੜੇ ਤੀਰਥ ਦੀ ਰਚਨਾ ਕਰਨੀ ਹੈ ਉਹਦੀ ਪ੍ਰਾਰੰਭਤਾ ਹੋ ਗਈ, ਭਾਵ ਕਿ ਉਹ ਸੁੰਦਰ ਅਸਥਾਨ ਪ੍ਰਗਟ ਹੋ ਜਾਵੇਗਾ। ਉਹਨਾਂ ਨੂੰ ਸਤਿਗੁਰੂ ਜੀ ਨੇ ਨਾਲ ਜਦੋਂ ਲੈਣਾ ਕੀਤਾ, ਏਰੋ ਪਤ ਇਹੋ ਪੁਸ਼ਟੀ ਆਹ। ਕਹਿੰਦੇ ਸਤਿਗੁਰੂ ਜੀ ਕਹਿੰਦੇ ਬੀਬੀ ਤੂੰ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਇਹ ਤੇਰਾ ਹੀ ਪਤੀ ਹੈ। ਇਹਨੇ ਜਦੋਂ ਇਸ਼ਨਾਨ ਕੀਤਾ ਤੇ ਤੇਰਾ ਪਤੀ ਜਿਹੜਾ ਹੈ ਉਹਦੀ ਦੇਹ ਨਵੀਂ ਨਰੋਈ ਹੋ ਗਈ। ਚਲ ਹਮਕੋ ਸੋ ਥਾਨ ਦਿਖਾਵੋ। ਸਤਿਗੁਰੂ ਜੀ ਕਹਿੰਦੇ ਚੱਲ ਬੱਚੀ ਉਹ ਜਗ੍ਹਾ ਸਾਨੂੰ ਆਣ ਕੇ ਦਿਖਾਉਣਾ ਕਰ, ਅਨ ਬਾਝਿਤ ਪਰ ਹਮ ਤੇ ਪਾਵੋ। ਤੇ ਜੋ ਵੀ ਤੂੰ ਸਾਡੇ ਤੋਂ ਵਰ ਮੰਗੇਗੀ ਨਾ ਮੂੰਹ ਮੰਗਿਆ, ਸਤਿਗੁਰੂ ਜੀ ਕਹਿੰਦੇ ਉਹ ਤੈਨੂੰ ਬੀਬੀ ਦੇਣਾ ਕਰਾਂਗੇ। ਆਏ ਸੰਗ ਲੈ ਗੁਰ ਕੋ ਇਹਾ। ਸਤਿਗੁਰੂ ਜੀ ਨੂੰ ਨਾਲ ਲੈ ਕੇ ਉਹ ਬੀਬੀ ਤੇ ਉਹਦਾ ਪਤੀ ਤੇ ਜਿੰਨੀਆਂ ਸੰਗਤਾਂ ਸੀ ਉਹ ਵੀ ਬੜੀਆਂ ਹੈਰਾਨ ਹੈ ਕਿ ਕੋੜੇ ਮਨੁੱਖ ਤੋਂ ਨਵਾਂ ਨਰੋਆ ਕਿਵੇਂ ਹੋ ਗਿਆ। ਭਾਈਓ ਕਿਹੜਾ ਅਸਥਾਨ ਹੈ ਜਿੱਥੋਂ ਕੋੜ ਦੂਰ ਹੋ ਗਿਆ। ਗੁਰੂ ਸਾਹਿਬ ਜੀ ਦੇ ਨਾਲ ਬੇਅੰਤ ਹੀ ਸੰਗਤਾਂ ਚੱਲ ਕੇ ਉੱਥੇ ਆ ਗਈਆਂ। ਹਰਿਓ ਬਲੋਕਨ ਤੀਰਥ ਮਹਾ। ਕਹਿੰਦੇ ਕੋ ਜਿਹੜਾ ਤੀਰਥ ਬਣਿਆ ਹੋਇਆ ਸੀ ਜਿੱਥੋਂ ਕੋੜਾ ਨਵਾਂ ਨਰੋਆ ਹੋਇਆ ਸੀ, ਸਾਰੀਆਂ ਸੰਗਤਾਂ ਦੇ ਸਮੇਤ ਸਤਿਗੁਰੂ ਜੀ ਉਹਦੇ ਕੰਢੇ ਤੇ ਆ ਗਏ। ਬਦਲੀ ਕੋ ਦੁਖ ਭੰਜਨ ਨਾਮ। ਕਹਿੰਦੇ ਫਿਰ ਸਤਿਗੁਰੂ ਜੀ ਨੇ ਉਹਦਾ ਨਾਮ ਰੱਖਿਆ ਦੁੱਖ ਭੰਜਣੀ ਬੇਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਚਨ ਬਲਾਸ ਸੰਗਤਾਂ ਨੂੰ ਬਾਬਾ ਭਾਨਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਤੇ ਹੋਰ ਜਿੰਨੀਆਂ ਬੇਅੰਤ ਸੰਗਤਾਂ ਸੀ ਉਹਨਾਂ ਨੂੰ ਦਰਸਾਉਣ ਲੱਗੇ ਕਿ ਇਹ ਦੁੱਖ ਭੰਜਣੀ ਬੇਰੀ ਵਾਲਾ ਅਸਥਾਨ ਕਿਉਂ। ਸਤਿਗੁਰੂ ਜੀ ਕਹਿੰਦੇ ਭਾਈ ਸੰਗਤ ਜੀ ਇਸ ਕਰਕੇ ਇਸ ਬੇਰੀ ਦਾ ਨਾਮ ਦੁੱਖ ਭੰਜਣੀ ਬੇਰੀ, ਕਿ ਇਹ ਤੋਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਭਾਵੇਂ ਕਿ ਪਾਵਨ ਪਵਿੱਤਰ ਸਰੋਵਰ ਸਭ ਦੁੱਖਾਂ ਦਾ ਨਾਸ ਕਰਦਾ ਹੈ, ਪਰ ਕੁਝ ਜਗ੍ਹਾ ਜਿਵੇਂ ਪੂਰਨ ਤੌਰ ਤੇ ਜਿੱਥੋਂ ਕੋੜੀ ਰਾਜੀ ਹੋਇਆ ਉਹ ਬੇਰੀ ਵਾਲੀ ਜਗ੍ਹਾ ਪ੍ਰਤੱਖ ਗੁਰੂ ਸਾਹਿਬ ਜੀ ਨੇ ਉਹਦਾ ਨਾਮ ਦੁੱਖ ਭੰਜਣੀ ਰੱਖਣਾ ਕੀਤਾ। ਭਾਵੇਂ ਕਿ ਸਾਰਾ ਹੀ ਸਰੋਵਰ ਪਾਵਨ ਪਵਿੱਤਰ ਹੈ, ਪਰ ਜਿਹਨੂੰ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਉਹਨਾਂ ਬਚਨਾਂ ਦੇ ਮੁਤਾਬਕ ਉੱਥੇ ਕੋੜੀ ਰਾਜੀ ਹੋਇਆ। ਉੱਥੇ ਹੀ 68 ਤੀਰਥ ਨਿਵਾਸ ਕਰਦੇ। ਉੱਥੋਂ ਦਾ ਇਤਿਹਾਸ ਉੱਥੇ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਉੱਥੇ ਪਾਵਨ ਪਵਿੱਤਰ ਬੀੜ ਤਿਆਰ ਕੀਤੀ ਤੇ ਨਾਲੇ ਉੱਥੇ 68 ਤੀਰਥਾਂ ਦਾ ਨਿਵਾਸ ਪ੍ਰਤੱਖ ਸੰਗਤਾਂ ਨੂੰ ਜਿਹੜਾ ਇਤਿਹਾਸ ਦਰਸਾਉਣਾ ਕੀਤਾ।
ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਗਤਾਂ ਨੂੰ ਦੱਸਣਾ ਕੀਤਾ। ਸ੍ਰੀ ਗੁਰ ਪਿਤਾ ਰਾਖਿਓ ਅਭਿਰਾਮ। ਕਹਿੰਦੇ ਸਾਡੇ ਪਿਤਾ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਨਾਮ ਰੱਖਿਆ। ਕਰਵਾਈ ਬਾਕੀ ਸੋ ਭਾਨ। ਤੇ ਇੱਥੇ ਫਿਰ ਸਰੋਵਰ ਜਿਹੜਾ ਉਹ ਪੱਕਾ ਬਣਾਉਣਾ ਕੀਤਾ। ਸ੍ਰੀ ਹਰਿਮੰਦਰ ਬਚ ਮਹਾਨ। ਤੇ ਵਜਗਾਏ ਜੀ ਨੇ ਹਰੀ ਦਾ ਮੰਦਿਰ ਵੀ ਸਥਾਪਿਤ ਕੀਤਾ। ਕੁਸ਼ਤਰੀਆ ਦੇ ਜਾਚੋ ਘਰ ਕੋ। ਕਹਿੰਦੇ ਸਤਿਗੁਰੂ ਜੀ ਫਿਰ ਉਸ ਬੱਚੀ ਨੂੰ ਕਹਿਣ ਲੱਗੇ, ਪੁੱਤਰੀ ਤੈਨੂੰ ਕਿਹਾ ਸੀ ਕਿ ਤੈਨੂੰ ਮੂੰਹ ਮੰਗਿਆ ਫਲ ਪ੍ਰਾਪਤ ਹੋਵੇਗਾ, ਤੇ ਤੂੰ ਆਪਣੇ ਬਚਨਾਂ ਦੇ ਅਨੁਸਾਰ ਸਾਨੂੰ ਜਗ੍ਹਾ ਦਿਖਾ ਦਿੱਤੀ ਹੈ, ਉਹ ਬੇਰੀ ਦਿਖਾ ਦਿੱਤੀ ਹੈ, ਤੇ ਅਸੀਂ ਵੀ ਜੋ ਤੇਰੇ ਨਾਲ ਵਚਨ ਕੀਤਾ ਉਹ ਪੂਰਾ ਕਰ ਦਈਏ। ਸਤਿਗੁਰੂ ਜੀ ਕਹਿੰਦੇ ਪੁੱਤਰੀ ਜੋ ਵੀ ਮੰਗਣਾ ਹੈ ਉਹ ਤੂੰ ਸਾਡੇ ਤੋਂ ਮੰਗ ਲੈਣਾ ਕਰ। ਪ੍ਰਭੂ ਜੀ ਇਹੋ ਸਮਾਜ ਸਭ ਘਰ ਕੋ। ਕਹਿੰਦੇ ਐਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਬੀਬੀ ਰਜਨੀ ਕਿ ਪ੍ਰਭੂ ਜੀ ਮੇਰਾ ਕੋਈ ਘਰ ਨਹੀਂ ਹੈ, ਕੋਈ ਘਰ ਦੇ ਵਿੱਚ ਵਰਤਣ ਵਾਲਾ ਸਮਾਨ ਨਹੀਂ ਹੈ, ਤੇ ਆਪ ਸਾਰੀ ਸ੍ਰਿਸ਼ਟੀ ਦੇ ਪਿਤਾ ਹੋ ਤੇ ਮੇਰੇ ਪਿਤਾ ਬਣ ਕੇ ਤੇ ਮੈਨੂੰ ਘਰ ਦਿਓ, ਤੇ ਘਰ ਦੇ ਵਿੱਚ ਜਿੰਨਾ ਲੋੜੀ ਦਾ ਸਮਾਨ ਹੈ ਉਹ ਵੀ ਮੈਨੂੰ ਕਿਰਪਾ ਕਰਕੇ ਦੇਣਾ ਕਰੋ। ਅਬ ਸਤਿਗੁਰ ਤ੍ਰਿਆ ਪਿਤਾ ਬੁਲਾਇਓ। ਕਹਿੰਦੇ ਸਤਿਗੁਰੂ ਜੀ ਨੇ ਉਸ ਬੀਬੀ ਦੇ ਪਿਤਾ ਨੂੰ ਫਿਰ ਸਤਿਗੁਰੂ ਜੀ ਨੇ ਸਿੱਖ ਭੇਜ ਕੇ ਬੁਲਾਉਣਾ ਕੀਤਾ। ਪੱਟੀ ਪੁਰ ਚਰਨਾਜ ਕਮਾਇਓ। ਜਿਹੜਾ ਕਿ ਪੱਟੀ ਦੇ ਪਰਗਨੇ ਦਾ ਰਾਜ ਕਰਦਾ ਸੀ। ਨਿਕਟ ਬਿਠਾਏ ਪ੍ਰਸੰਗ ਸੁਣਾਵਾ। ਸਤਿਗੁਰਾਂ ਦੇ ਪਾਸ ਗਿਆ ਜਦੋਂ ਰਾਜਾ, ਸਤਿਗੁਰੂ ਜੀ ਨੇ ਬੜੇ ਸਨਮਾਨ ਦੇ ਨਾਲ ਆਪਣੇ ਪਾਸ ਬਿਠਾ ਕੇ ਉਹ ਸਾਰਾ ਵਰਤਾਂਤ ਉਹਨੂੰ ਦੱਸਣਾ ਕੀਤਾ। ਅਤੀ ਭਗਤ ਤੇਰੀ ਸੁਤਾ ਕਮਾਵਾ। ਸਤਿਗੁਰੂ ਜੀ ਕਹਿੰਦੇ ਰਾਜੇ ਇਹ ਤੇਰੀ ਲੜਕੀ ਬੜੇ ਵੱਡਿਆਂ ਭਾਗਾਂ ਵਾਲੀ, ਪਰਮੇਸ਼ਰ ਨੂੰ ਪ੍ਰਤੱਖ ਜਾਣ ਕੇ ਮੰਨਣ ਵਾਲੀ ਹੈ। ਦੇਖ ਜਿਨੇ ਇੱਕ ਕੋੜੀ ਪਤੀ ਨੂੰ ਪ੍ਰਵਾਨ ਕਰ ਲਿਆ, ਪਤੀ ਪਰਮੇਸ਼ਰ ਜਾਣ ਕੇ ਸੇਵਾ ਕੀਤੀ, ਇਹ ਤੇਰੇ ਵੱਡੇ ਭਾਗ ਹੈ ਕਿ ਤੇਰੇ ਘਰ ਦੇ ਵਿੱਚ ਇਸ ਕੰਨਿਆ ਨੇ ਜਨਮ ਲਿਆ। ਤੇ ਤੂੰ ਹੁਣ ਏਦਾਂ ਕਰਨਾ ਕਰ ਕਿ ਇਸ ਲੜਕੀ ਨੂੰ ਘਰ ਲੈ ਜਾਣਾ ਕਰ, ਤੇ ਇਸ ਲੜਕੇ ਨੂੰ ਵੀ ਆਪਣੇ ਘਰੇ ਲੈ ਜਾਣਾ ਕਰ। ਤੇ ਕੁਸ਼ਤੀ ਕੇ ਰਹਿ ਕਰ ਸੰਗ। ਜਿਹੜਾ ਕੋੜੀ ਪਤੀ ਦੇ ਨਾਲ ਰਹਿ ਕੇ ਪਰਮੇਸ਼ਰ ਦੇ ਭਾਣੇ ਨੂੰ ਜਿਵੇਂ ਮਿੱਠਾ ਕਰਕੇ ਮੰਨਿਆ, ਅਬੇ ਭਇਓ ਰੋਗ ਬਿਨ ਅੰਗ। ਤੇ ਹੁਣ ਉਹ ਕੋੜੀ ਵੀ ਬਿਲਕੁਲ ਨਵਾਂ ਨਰਵਾ ਹੋ ਗਿਆ ਹੈ। ਤੂੰ ਸਤਹੀਨ ਸੁਤਾ ਸਤ ਜਾਨ। ਤੇ ਤੇਰੇ ਸਿਰਫ ਧੀਆਂ ਹੀ ਪੈਦਾ ਹੋਈਆਂ, ਤੇਰੇ ਘਰ ਕੋਈ ਪੁੱਤਰ ਪੈਦਾ ਨਹੀਂ ਹੋਇਆ। ਇਹੋ ਰਾਜ ਅਬ ਬਿਨ ਸੇ ਪ੍ਰਾਨ। ਤੇ ਹੁਣ ਤੇਰੀ ਜਿਹੜੀ ਉਮਰ ਹੈ ਉਹ ਵੀ ਵਡੇਰੀ ਹੋ ਗਈ, ਤੇ ਪਤਾ ਨਹੀਂ ਕਦੋਂ ਤੈਨੂੰ ਮੌਤ ਨੇ ਆਣ ਕੇ ਗ੍ਰਸ ਲੈਣਾ ਹੈ। ਤੇ ਰਾਜ ਭਾਗ ਜਿਹੜਾ ਹੈ ਨਾ ਇਹਨੂੰ ਆਪਣਾ ਪੁੱਤਰ ਬਣਾ ਲੈਣਾ ਕਰ, ਤੇ ਰਾਜ ਭਾਗ ਜਿਹੜਾ ਹੈ ਉਹ ਸਾਰਾ ਹੀ ਇਹਨੂੰ ਸੌਂਪ ਦੇਣਾ ਕਰ। ਭਇਓ ਬ੍ਰਿਧ ਤਾ ਬੈਸ ਕਹਾਈ। ਕਹਿੰਦੇ ਕੋ ਪ੍ਰਸੰਨ ਹੋਇਆ ਕਿ ਗੁਰੂ ਸਾਹਿਬ ਜੀ ਨੇ ਬੜੀ ਮੇਰੇ ਤੇ ਕਿਰਪਾ ਕੀਤੀ। ਮੇਰੀ ਉਮਰ ਬਿਰਧ ਹੋ ਗਈ ਹੈ ਤੇ ਸੰਭਾਲਣ ਵਾਲਾ ਮੈਨੂੰ ਕੋਈ ਵੀ ਨਹੀਂ, ਤੇ ਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ, ਮੈਨੂੰ ਜਵਾਨ ਪੜਿਆ ਪਲੋਸਿਆ ਪੁੱਤਰ ਦੇ ਦਿੱਤਾ। ਕਹਿੰਦੇ ਉਹ ਰਾਜਾ ਬੜਾ ਗੁਰੂ ਸਾਹਿਬ ਜੀ ਤੋਂ ਬਲਹਾਰ ਮੇ ਜਾਣ ਲੱਗਾ। ਐ ਗਮਨਹੁ ਅਬ ਸੰਗ ਜਵਾਈ। ਕਹਿੰਦੇ ਆਪਣੇ ਜਵਾਈ ਨੂੰ ਪੁੱਤਰ ਮੰਨ ਕੇ ਨਾਲ ਲੈ ਆਉਣਾ ਕੀਤਾ। ਹੋਰ ਬਚ ਮਾਨਿਓ ਮ੍ਰਿਤ ਟਿਕਦਾਨੀ। ਕਹਿੰਦੇ ਗੁਰੂ ਜੀ ਦੇ ਬਚਨ ਮੰਨਣਾ ਕੀਤੇ, ਤੇ ਉਸ ਲੜਕੀ ਨੇ ਇੱਕ ਦਿਨ ਰਾਜ ਭਾਗ ਆਪਣਾ ਸੰਭਾਲ ਲੈਣਾ ਕੀਤਾ। ਪਰਮੇਸ਼ਰ ਦਾ ਭਾਣਾ ਹੈ ਨਾ, ਜਿਹੜਾ ਪਰਮੇਸ਼ਰ ਨੂੰ ਪ੍ਰਤੱਖ ਕਰਕੇ ਜਾਣਦਾ ਹੈ ਕਿ ਜੋ ਵੀ ਪਰਮੇਸ਼ਰ ਕਰਦਾ ਉਹ ਚੰਗਾ ਹੀ ਹੁੰਦਾ, ਕਿਉਂਕਿ ਇਸੇ ਕਰਕੇ ਕੋੜੇ ਪਤੀ ਦੇ ਲੜ ਲਾਇਆ ਨਾ, ਕਿ ਉਹਨੇ ਕਿਹਾ ਕਿ ਅਸੀਂ ਪਰਮੇਸ਼ਰ ਦਾ ਦਿੱਤਾ ਖਾਂਦੀਆਂ। ਤੇ ਪਿਤਾ ਰਾਜਾ ਹੋਣ ਦੇ ਕਾਰਨ ਹੰਕਾਰੀ ਹੋ ਗਿਆ ਤੇ ਕਹਿੰਦਾ ਮੈਂ ਤੈਨੂੰ ਕੋੜੀ ਨਾਲ ਵਿਆਹ ਦਿੰਦਾ ਹੈ, ਫੇਰ ਦੇਖਾਂਗਾ ਕਿ ਤੈਨੂੰ ਰੱਬ ਕਿੱਥੋਂ ਉਪਜੀਵ ਕਰ ਦਿੰਦਾ। ਤੇ ਰੱਬ ਨੇ ਜਿਹਨੂੰ ਪੈਦਾ ਕੀਤਾ ਹੈ
ਉਪਜੀਵਕਾ ਤੇ ਦੇਣੀ ਦੇਣੀ ਹੈ, ਉਹ ਕਿਰਪਾ ਕਰਦਾ। ਪਰ ਰੱਬ ਨੇ ਕੈਸੀ ਬਖਸ਼ਿਸ਼ ਕੀਤੀ ਕਿ ਜਿਹੜੀ ਲੜਕੀ ਨੂੰ ਕੋਹੜੀ ਨੇ ਲੜ ਲਾਇਆ, ਉਸ ਲੜਕੀ ਦੇ ਨਾਲ ਹੀ ਅੱਗੇ ਰਾਜ ਭਾਗ ਉਹਦਾ ਸਾਰਾ ਤੁਰਿਆ। ਉਹ ਵੱਡਿਆਂ ਭਾਗਾਂ ਵਾਲੀ ਹੋ ਗਈ ਜਿਨੇ ਇੱਕ ਪ੍ਰਭੂ ਪਰਮੇਸ਼ਰ ਨੂੰ ਸਗਿਆਤ ਹਾਜ਼ਰ ਨਾਜ਼ਰ ਜਾਣਿਆ ਤੇ ਕੋਹੜੀ ਪਤੀ ਤੋਂ ਨੱਕ ਮੂੰਹ ਨਹੀਂ ਵੱਟਣਾ ਕੀਤਾ। ਇਹ ਐਸਾ ਪ੍ਰਸੰਗ ਜਿਹੜਾ ਆਪਾਂ ਸੁਣਦੇ ਹਾਂ ਕਿ ਉਸ ਬੀਬੀ ਦਾ ਅੱਜ ਅਸਥਾਨ ਬਣਿਆ ਹੈ ਕਿਉਂਕਿ ਉਹਨੇ ਪਰਮੇਸ਼ਰ ਨੂੰ ਸਗਿਆਤ ਜਾਣਨਾ ਕੀਤਾ। ਇੱਕ ਭਗਤੀ ਬੰਦਗੀ ਜਿਹਨੇ ਆਪਣੇ ਪਤੀ ਦੀ ਸੇਵਾ ਕਰਨਾ ਕੀਤੀ, ਕਿਉਂਕਿ ਜੋ ਬੀਬੀਆਂ ਪਤੀ ਵਰਤਾ ਧਰਮ ਨੂੰ ਨਿਭਾਉਂਦੀਆਂ ਉਹਨਾਂ ਨੂੰ ਇਹ ਰਾਜ ਭਾਗ ਸੁਖ ਪ੍ਰਾਪਤ ਹੁੰਦੇ, ਉਹਨਾਂ ਨੂੰ ਵੱਡੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੋ ਜਾਂਦੀਆਂ। ਐਸਾ ਵਰ ਜਿਹੜਾ ਬੀਬੀ ਰਜਨੀ ਨੇ ਪਾਇਆ, ਉਹਦੇ ਘਰ ਵਾਲਾ ਹੀ ਰਾਜਾ ਬਣ ਗਿਆ। ਐਸੀ ਬਖਸ਼ਿਸ਼ ਗੁਰੂ ਸਾਹਿਬ ਜੀ ਨੇ ਕਰਨਾ ਕੀਤੀ। ਦੇਦ ਭਇਓ ਆਪਣੀ ਰਾਜਧਾਨੀ, ਕਹਿੰਦੇ ਆਪਣੀ ਰਾਜਧਾਨੀ, ਆਪਣੇ ਜਵਾਈ ਨੂੰ ਰਾਜ ਦਾ ਤਿਲਕ ਲਾਇਆ ਤੇ ਰਾਜ ਦੀ ਸੁਪੁਰਦਦਾਰੀ ਦੇ ਦੇਣਾ ਕੀਤੀ। ਜਾਤੇ ਭਾਨਾ ਸੁਣ ਕੇ ਕਾਨ, ਕਹਿੰਦੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬਾਬਾ ਪਰ ਭਾਨਾ ਜੀ ਬੜੇ ਪ੍ਰਸੰਨ ਹੋਏ। ਮਹਿਮਾ ਮਹਾ ਸੁਦਾ ਸਰਜਾਨ, ਅੰਮ੍ਰਿਤ ਸਰੋਵਰ ਦੀ ਮਹਿਮਾ ਵੱਡੀ ਜਨਨਾ ਕੀਤੀ। ਗੰਗ ਜਮਨ ਸਰਸ ਗੁਪਤ ਹੇਤ, ਕਹਿੰਦੇ ਗੰਗਾ ਜਮਨਾ ਸਰਸਵਤੀ ਜਿਹੜੀਆਂ ਕੁਰਸ਼ੇਤਰ ਦੇ ਲਾਗੇ ਭਾਗੇ ਦੀ ਨਦੀਆਂ ਵਗਦੀਆਂ ਹਨ। ਕਾਂਸੀ ਅਰ ਪ੍ਰਯਾਗ ਸਮੇਤ, ਕਹਿੰਦੇ ਕਾਂਸ਼ੀ ਤੇ ਪ੍ਰਯਾਗ ਦੇ ਸਮੇਤ। ਨਹੀਂ ਖਾਰ ਬਿੰਦਰਾ ਬਣ ਮਥਰਾ, ਕਹਿੰਦੇ ਬਿੰਦਰਾਬਨ ਆਦਿਕ ਜਿਹੜੇ ਸੀਤਾਪੁਰ ਜ਼ਿਲ੍ਹੇ ਦੇ ਵਿੱਚ ਤੀਰਥ ਮੰਨੇ ਜਾਂਦੇ, ਕਹਿੰਦੇ ਐਸੇ ਤੀਰਥ ਦਵਾਰਾਵਤੀ ਰਾਮਪੁਰ ਸੁਥਰਾ, ਦਵਾਰਕਾ ਰਾਮਪੁਰ ਥਾਨੇਸਰ ਆਦਿਕ, ਦਇਆ ਗੋਮਤੀ ਨਦ ਗੁਦਾਵਰ, ਗਇਆ ਗੋਮਤੀ ਗੋਦਾਵਰੀ ਤੇ ਨਰਮਦਾ ਅਤੇ ਮਾਨ ਸਰੋਵਰ। ਅਪਰਮ ਨਰਮਦਾ ਮਾਨ ਸਰੋਵਰ, ਕਹਿੰਦੇ ਅਯੁੱਧਿਆਪੁਰੀ ਕੇਦਾਰਨਾਥ ਇਹ ਜਿਹੜੇ ਪ੍ਰਾਤਨ ਤੀਰਥ ਮੰਨੇ ਜਾਂਦੇ ਹੈ, ਜਿਨ੍ਹਾਂ ਦੇ ਵਿੱਚ ਕੁਝ ਨਦੀਆਂ ਸਭ ਨੂੰ ਪਤਾ ਹੈ ਤੇ ਕੁਝ ਤੀਰਥ ਜਿਹੜੇ ਹੈ ਉਹ ਧਿਆਨ ਦੇ ਵਿੱਚ ਆਉਂਦੇ, ਜਿਨ੍ਹਾਂ ਦੇ ਨਾਮ ਆਪਾਂ ਪੜ੍ਹ ਰਹੇ ਉਹਨਾਂ ਤੀਰਥਾਂ ਦੀ ਗੁਰੂ ਸਾਹਿਬ ਜੀ ਦੀ ਮਹਾਨਤਾ ਦੱਸਦੇ ਹੈ ਕਿ ਭਾਈ ਉਹ ਜਿਹੜੇ 68 ਤੀਰਥ ਹੈ ਨਾ, ਉਹਨਾਂ ਦਾ ਨਾਮ ਗੁਰੂ ਜੀ ਸਾਨੂੰ ਦਰਸਾ ਰਹੇ ਹਨ। ਪੁਸ਼ਕਰ ਦੇਵ ਸਥਾਨ ਉਧਾਰ, ਕਹਿੰਦੇ ਪੁਸ਼ਕਰ ਜਿੱਥੇ ਦੇਵਤਿਆਂ ਦਾ ਵੱਡਾ ਅਸਥਾਨ ਹੈ, ਉੱਥੇ ਵੱਡਾ ਤੀਰਥ ਬਣਿਆ ਹੋਇਆ ਹੈ, ਕਈ ਘਾਟ ਬਣੇ ਹੋਏ, ਭਾਵੇਂ 4 ਸਫੇਰੇ ਰਾਜਸਥਾਨ ਰੇਤਾ ਹੀ ਰੇਤਾ ਹੈ, ਪਰ ਉੱਥੇ ਕਦੀ ਜਲ ਦੇ ਵਿੱਚੋਂ ਸੁੱਕਿਆ ਨਹੀਂ। ਪੁਸ਼ਕਰ ਦੇ ਵਿੱਚ ਵੱਡਾ ਭਾਰੀ ਜਿਹੜਾ ਤੀਰਥ ਹੈ, ਹਿੰਦੂਆਂ ਦਾ ਤੀਰਥ ਹੈ, ਭਾਵੇਂ ਉਹਦੀ ਕੋਈ ਮਰਜ਼ਾਦਾ ਨਹੀਂ ਰੱਖੀ ਜਾਂਦੀ, ਵਿੱਚ ਇਸ਼ਨਾਨ ਕਰੀ ਜਾਂਦੇ, ਵਿੱਚ ਬਾਹਤਰ ਧੋਈ ਜਾਂਦੇ, ਵਿੱਚ ਡੰਗਰਾਂ ਨੂੰ ਪਾਣੀ ਪਿਲਾਈ ਜਾਂਦੇ। ਉਹਦੇ ਕਈ ਘਾਟ 52 ਕੇ 82 ਜਿਹੜੇ ਘਾਟ ਬਣੇ ਹੋਏ ਆ ਵੱਖ-ਵੱਖ ਤਰ੍ਹਾਂ ਦੇ, ਤੇ ਬਹੁਤ ਉੱਥੇ ਮੰਦਿਰ ਹੀ ਮੰਦਿਰ, ਸਾਰਾ ਹੀ ਮੰਦਿਰਾਂ ਦਾ ਸ਼ਹਿਰ ਭਰਿਆ ਹੋਇਆ ਹੈ। ਕਈ ਤਰ੍ਹਾਂ ਦੇ ਮੰਦਿਰ ਹੈ, ਉਹ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ ਕਿ ਬਹੁਤ ਪ੍ਰਾਤਨ ਤੇ ਸੋਹਣਾ ਤੀਰਥ ਉੱਤੇ ਜਿਹੜਾ ਦੇਵਤਿਆਂ ਦੇ ਵੇਲੇ ਦਾ ਰਚਿਆ ਹੋਇਆ। ਕਵੀ ਜੀ ਕਹਿੰਦੇ ਉਹ ਤੀਰਥ ਵੀ ਪੁਸ਼ਕਰ ਵਾਲਾ। ਨਦੀ ਗੰਡਕਾ ਵਰਗੇ ਨੀਲਾ, ਕਹਿੰਦੇ ਹੋਰ ਜਿਹੜੀਆਂ ਨਦੀਆਂ ਜਿਨ੍ਹਾਂ ਦੀ 84 ਗਿਣਤੀ ਆਉਂਦੀ ਹੈ, ਹਰਣ ਸੁੰਦਰ ਜੈ ਰਤ ਲੀਲਾ, ਕਹਿੰਦੇ ਜਿਹੜੀਆਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਨਾਨਾ ਪ੍ਰਕਾਰ ਦੇ ਜੀਵਾਂ ਦਾ ਉਧਾਰ ਕਰਦੀਆਂ। ਲਿਖੀ ਕੇਸ਼ ਅਵੰਤ ਕਟਾਖ, ਕਹਿੰਦੇ ਰਿਸ਼ੀਕੇਸ਼ ਆਦਿਕ ਦੇ ਵਿੱਚ ਜਿਹੜੇ ਤੀਰਥ ਹਨ, ਤੀਰਥ ਅਨਗਨ ਜੇ ਅਬਿਲਾਖਾ, ਕਹਿੰਦੇ ਜਿਹੜੇ ਅਣਗਿਣਤ ਤੀਰਥ ਹੈ। ਕੁਝ ਤੀਰਥਾਂ ਦੇ ਨਾਮ ਲਿਖੇ ਹੋਏ ਹੈ ਤੇ ਕੁਝ ਕਵੀ ਜੀ ਕਹਿੰਦੇ ਅਣਗਿਣਤ ਹੀ ਤੀਰਥ ਹੈ ਜਿਨ੍ਹਾਂ ਦੇ ਨਾਮ ਨਹੀਂ ਲਿਖੇ ਜਾ ਸਕੇ। ਕਲ ਮੈਂ ਇਨ ਕਹੋ ਮਹਾ ਪ੍ਰਤਾਪ, ਕਹਿੰਦੇ ਕਲਯੁਗ ਦੇ ਵਿੱਚ ਕਿਹਦਾ ਪ੍ਰਤਾਪ ਹੋਵੇਗਾ, ਇਹਨਾਂ ਤੀਰਥਾਂ ਦਾ ਨਹੀਂ।
ਅੰਮ੍ਰਿਤ ਸਰੋਵਰ ਦਾ। ਕਿਉਂਕਿ ਕਲਯੁਗ ਦੇ ਵਿੱਚ ਜੀਵ ਪਾਪੀ ਹੁੰਦੇ ਜਾ ਰਹੇ, ਇਹਨਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਐ ਤੇ ਮਲ ਉਹਨਾਂ ਤੀਰਥਾਂ ਨੂੰ ਲੱਗ ਜਾਂਦੀ ਹੈ। ਸਤਿਗੁਰੂ ਜੀ ਅੰਮ੍ਰਿਤ ਸਰੋਵਰ ਦੀ ਮਹਾਨਤਾ ਦਰਸਾਉਂਦੇ ਹੈ। ਇਹ ਆਣ ਸਭ ਕੋਵੈ ਪਾਪ। ਸਤਿਗੁਰੂ ਜੀ ਕਹਿੰਦੇ ਉਹ ਤੀਰਥ ਵੀ ਇੱਥੇ ਆਣ ਕੇ ਇਸ਼ਨਾਨ ਕਰਿਆ ਕਰਨਗੇ। ਜੋ ਮਹਾਤਮ ਗਿਣਿਆ ਜਾਂਦਾ ਨਾ ਕਿ ਦੀਵਾਲੀ ਦੀ ਰਾਤ ਉਹ ਸਾਰੇ ਤੀਰਥ ਆਣ ਕੇ ਨਿਵਾਸ ਕਰਦੇ, ਤਾਂ ਜਿਹੜੇ ਸਤਿਪੁਰਖ ਗਿਆਨਵਾਨ ਮਹਾਂਪੁਰਖ ਹੈ ਉਹ ਦੀਵਾਲੀ ਵਾਲੇ ਦਿਨ ਆਣ ਕੇ ਇਸ਼ਨਾਨ ਕਰਦੇ। ਉਸ ਰਾਤ ਕਹਿੰਦੇ ਕਿ ਉਹ ਸਾਰੇ ਤੀਰਥ ਅੰਮ੍ਰਿਤ ਸਰੋਵਰ ਤੇ ਆਣ ਕੇ ਨਿਵਾਸ ਕਰਦੇ ਆ, ਪਵਿੱਤਰ ਹੋਣ ਵਾਸਤੇ ਕਿ ਸਾਲ ਭਰ ਦੀ ਮਲ ਲੱਗੀ ਜੀਵਾਂ ਦੀ ਉਹ ਇਥੋਂ ਫਿਰ ਸਵੱਛ ਹੋ ਕੇ ਜਾਂਦੇ। ਕਿੰਨਾ ਵੱਡਾ ਮਹਾਨਤਾ ਵਾਲਾ ਤੀਰਥ ਹੈ ਅੰਮ੍ਰਿਤ ਸਰੋਵਰ। ਕਿਉਂਕਿ ਸਾਡੇ ਨਜ਼ਦੀਕ ਹੈ, ਅਸੀਂ ਜਾਂਦੇ ਹਾਂ, ਸਾਨੂੰ ਇੰਨੀ ਵੱਡੀ ਸਾਰ ਨਹੀਂ। ਕਈ ਤਰ੍ਹਾਂ ਦੀਆਂ ਹੁਜਤਾਂ ਵੀ ਲੋਕ ਕਰਦੇ ਆ, ਲਓ ਜੀ ਉੱਥੇ ਵਿੱਚੇ ਨਹਾਈ ਜਾਂਦੇ ਆ, ਵਿੱਚੇ ਪਾਣੀ ਪੀ ਜਾਂਦੇ। ਕਿਉਂਕਿ ਜਿੰਨਾ ਚਿਰ ਸ਼ਰਧਾ ਨਹੀਂ, ਜਿੰਨਾ ਚਿਰ ਭਾਵਨਾ ਨਹੀਂ ਹੈ, ਉਹਨਾਂ ਦੇ ਵਾਸਤੇ ਤੇ ਭਾਈ ਪਾਣੀ ਹੈ। ਪਰ ਜਿਨ੍ਹਾਂ ਨੂੰ ਕਿਰਪਾ ਮਿਲ ਜਾਂਦੀ ਹੈ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਜਿਨ੍ਹਾਂ ਦੇ ਉੱਪਰ ਹੋ ਜਾਂਦੀ ਹੈ, ਉਹਨਾਂ ਦੇ ਵਾਸਤੇ ਉਹ ਪਾਵਨ ਪਵਿੱਤਰ ਜਲ ਹੈ। ਕਿਉਂਕਿ ਮੈਂ ਪਹਿਲੇ ਵੀ ਬੇਨਤੀ ਕੀਤੀ ਕਿ 5 ਬਾਣੀਆਂ ਪੜ੍ਹਦੇ ਤੇ ਅੰਮ੍ਰਿਤ ਤਿਆਰ ਹੋ ਜਾਂਦਾ, ਅੰਮ੍ਰਿਤ ਦਾ ਬਾਟਾ 5 ਬਾਣੀਆਂ ਦੇ ਨਾਲ। ਤੇ ਉੱਥੇ ਬੇਅੰਤ ਬਾਣੀਆਂ, ਕਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਚੱਲਦੇ, ਗਿਣਤੀ ਤੋਂ ਬਾਹਰੇ। ਗੁਣੀ ਜਨ ਕਥਾ ਦੀਆਂ ਲੜੀਆਂ ਚੱਲਦੀਆਂ, ਕੀਰਤਨ ਉਹ ਕਿੰਨਾ ਹਾਰੀ ਦਿਹਾੜੀ ਰਾਤ ਕੀਰਤਨ। ਕਿੰਨੇ ਗੁਰਮੁਖ ਹੈ ਜਿਹੜੇ ਬਰਾਂਡਿਆਂ ਦੇ ਵਿੱਚ ਬਹਿ ਕੇ, ਕਮਰਿਆਂ ਦੇ ਵਿੱਚ ਬਹਿ ਕੇ, ਸਰੋਵਰ ਦੇ ਕੰਢੇ ਬਹਿ ਕੇ ਬਾਣੀ ਪੜ੍ਹਦੇ। ਕਿੰਨਾ ਵੱਡਾ ਮਹਾਤਮ। ਜੇ ਇੱਕ 5 ਬਾਣੀਆਂ ਪੜ੍ਹ ਕੇ ਤੇ ਇੱਕ ਬਾਟਾ ਅੰਮ੍ਰਿਤ ਦਾ ਤਿਆਰ ਹੋ ਜਾਂਦਾ ਹੈ, ਸਿੱਖ ਸਕਦਾ ਹੈ ਕਿ ਇਹ ਅੰਮ੍ਰਿਤ ਬਣ ਗਿਆ। ਤੇ ਉੱਥੇ ਤੇ ਬਾਣੀ ਦਾ ਕੋਈ ਅਥਾਹ ਹੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਰਾਤ ਦਿਨ ਬਾਣੀ ਪੜ੍ਹੀ ਹੀ ਜਾਂਦੀ। ਗਿਣਤੀ ਨਹੀਂ ਹੋ ਸਕਦੀ ਕਿ ਕਿੰਨੇ ਕੁ ਸਿੱਖ ਬਾਣੀ ਪੜ੍ਹਨ ਵਾਲੇ ਹੈ, ਕਿੰਨੇ ਪਾਠ ਚੱਲੀ ਜਾਂਦੇ ਹੈ, ਕਿੰਨਾ ਕੀਰਤਨ ਹੁੰਦੇ ਆ। ਤੇ ਕੀ ਉਹ ਪਾਣੀ ਹੋਵੇਗਾ? ਉਹ ਤੇ ਅੰਮ੍ਰਿਤ ਤੋਂ ਵੀ ਅੰਮ੍ਰਿਤ ਹੋ ਗਿਆ। ਤਾਂ ਹੀ ਅੰਮ੍ਰਿਤ ਸਰੋਵਰ ਅੰਮ੍ਰਿਤਸਰ ਨਾਮ ਰੱਖਿਆ, ਜਿੱਥੇ ਜੀਵ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰੇ ਤੇ 68 ਤੀਰਥਾਂ ਦਾ ਇਸ਼ਨਾਨ ਨੂੰ ਫਲ ਪ੍ਰਾਪਤ ਹੁੰਦਾ ਹੈ। ਕਿਉਂਕਿ ਗੱਲ ਤੇ ਭਾਵਨਾ ਦੀ ਹੈ ਨਾ, ਨਹੀਂ ਭਾਵਨਾ ਭਾਵੇਂ 68 ਤੀਰਥਾਂ ਤੇ ਤੁਰਿਆ ਫਿਰ ਸਾਰੀ ਉਮਰ ਤੀਰਥਾਂ ਤੇ ਇਸ਼ਨਾਨ ਕਰਦਾ ਫਿਰ, ਪਰ ਭਾਵਨਾ ਨਹੀਂ ਹੈ ਤੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਭਾਵਨਾ ਬਣ ਗਈ ਹੈ ਮਨ ਦੇ ਵਿੱਚ ਤੇ ਭਾਵੇਂ ਘਰੇ ਬੈਠਾ ਨਲਕੇ ਤੇ ਇਸ਼ਨਾਨ ਕਰ ਰਿਹਾ ਹੈ, ਭਾਵਨਾ ਰੱਖ ਲਈਏ ਕਿ ਮੈਂ ਅੰਮ੍ਰਿਤ ਸਰੋਵਰ ਤੇ ਇਸ਼ਨਾਨ ਕਰ ਰਿਹਾ ਤੇ ਉਹੀ ਫਲ ਪ੍ਰਾਪਤ ਹੋ ਜਾਣਾ। ਕਿਉਂਕਿ ਸਤਿਗੁਰੂ ਜੀ ਕਹਿੰਦੇ ਹਨ ਨਾ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਸ਼ਰਧਾ ਦੇ ਨਾਲ ਪਾਰ ਉਤਾਰਾ ਹੋਣਾ ਹੈ ਤੇ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ। ਕਵੀ ਜੀ ਕਹਿੰਦੇ ਏਡਾ ਵੱਡਾ ਮਹਾਤਮ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੱਸਿਆ, ਭਾਈ ਅੱਗੇ ਕਲਯੁਗ ਹੈ, ਕਲਯੁਗ ਦੇ ਵਿੱਚ ਇਹ ਸਾਰੇ ਹੀ ਤੀਰਥ ਇਥੋਂ ਪਵਿੱਤਰ ਹੋਇਆ ਕਰਨਗੇ। ਨਹੀਂ ਸੁਦਾਸਰ ਕੇ ਸਮ ਕੋਏ, ਅੰਮ੍ਰਿਤਸਰ ਦੇ ਬਰਾਬਰ ਕੋਈ ਨਹੀਂ ਹੋਵੇਗਾ। ਕਿਉਂਕਿ ਕਿੰਨੇ ਤੀਰਥ ਗਣਾਏ ਹੈ, 68 ਤੀਰਥ, ਪਰ ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਸਰੋਵਰ ਦੇ ਬਰਾਬਰ ਕੋਈ ਵੀ ਨਹੀਂ। ਕਿਉਂਕਿ ਗੁਰੂ ਜੀ ਨੇ ਬਾਣੀ ਦੇ ਵਿੱਚ ਮੋਹਰ ਲਾ ਦਿੱਤੀ ਹੈ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਿਆ, ਬਤੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਹਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸ ਮਲ ਜਾਏ ਨਹੀਏ ਰਾਮਦਾਸ ਸਰ। ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਵਸਾਈ ਹੋਈ ਨਗਰੀ, ਉਹਨਾਂ ਦਾ ਵਸਾਇਆ ਹੋਇਆ ਉਹ ਪਵਿੱਤਰ ਤੀਰਥ, ਜਿੱਥੇ ਨਹਾਉਣ ਦੇ ਨਾਲ ਜੀਵ ਦੀ ਕਲਿਆਣ ਹੋ ਜਾਂਦੀ।
ਸਤਿਗੁਰੂ ਜੀ ਕਹਿੰਦੇ ਕਲਯੁਗ ਦਾ ਸਮਾਂ ਹੈ, ਉਹਦੇ ਵਿੱਚ ਵੱਡੀ ਮਹਾਤਮਾ ਹੋਵੇਗਾ ਤੇ ਸਭ ਤੋਂ ਸ਼੍ਰੋਮਣੀ ਤੀਰਥ ਹੋਵੇਗਾ। ਭਜਨ ਅਖੰਡ ਪ੍ਰਭੂ ਕੋ ਹੋਏ। ਕਿਉਂਕਿ ਇੱਥੇ ਪ੍ਰਭੂ ਦਾ ਭਜਨ ਜਿਹੜਾ ਹੈ ਖੰਡ ਜਾਪ, ਜਿਵੇਂ ਆਪਾਂ ਕਹਿੰਦੇ ਕਿ ਖੰਡ ਪਾਠ ਰਖਾਇਆ, ਭਾਵ ਕਿ ਲੜੀਵਾਰ, ਜਿੰਨਾ ਚਿਰ ਭੋਗ ਨਹੀਂ ਪੈ ਜਾਂਦਾ, ਸੰਪੂਰਨ ਨਹੀਂ ਹੋ ਜਾਂਦਾ, ਲੜੀਵਾਰ ਗ੍ਰੰਥੀ ਸਿੰਘ ਪੜ੍ਹਦੇ ਖੰਡ ਜਾਪ, ਭਾਵ ਕਿ ਪੂਰਾ ਸੰਪੂਰਨ ਕਰਕੇ ਭੋਗ ਪੈਣਾ ਹੈ। ਕਹਿੰਦੇ ਉੱਥੇ ਕਿੰਨੇ ਪਾਠ ਚੱਲਦੇ ਆ, ਕਿੰਨੇ ਨਿਤਨੇਮ ਚੱਲਦੇ ਆ, ਭਾਵ ਕਿ ਉਹ ਖੰਡ ਪਾਠ ਦੀ ਤਰ੍ਹਾਂ ਇੱਕ ਖੰਡ ਪਾਠ ਨਹੀਂ, ਪਤਾ ਨਹੀਂ ਕਿੰਨੇ ਗੁਰਮੁਖ ਬਾਣੀ ਪੜ੍ਹਦੇ। ਜੇ ਇੱਕ ਉੱਠਦਾ ਦੋ ਬਹਿ ਜਾਂਦੇ, ਦੋ ਉੱਠਦੇ ਚਾਰ ਬਹਿ ਜਾਂਦੇ, ਤੇ ਖੰਡ ਜਾਪ ਹੀ ਚੱਲੀ ਜਾਂਦਾ। ਸੁਖਮਨੀ ਸਾਹਿਬ ਹੈ, ਪੰਜ ਬਾਣੀਆਂ, ਹੋਰ ਬੇਅੰਤ ਬਾਣੀਆਂ ਪੜ੍ਹਨ ਵਾਲੇ ਗੁਰਸਿੱਖ। ਸਤਿਗੁਰੂ ਜੀ ਕਹਿੰਦੇ ਇੱਥੇ ਅਖੰਡ ਜਾਪ ਹੁੰਦਾ ਹੈ। ਸਰਬ ਕਾਮਨਾ ਪੁਰਵਹਿ ਮਨ ਕੀ। ਤੇ ਮਨ ਦੀਆਂ ਸਭ ਭਾਵਨਾ ਵੀ ਜੀਵਾਂ ਦੀਆਂ ਪੂਰੀਆਂ ਹੋਣਗੀਆਂ। ਇਹ ਵਜ੍ਹਾ ਹੈ ਕਰ ਸੁਚਤਾ ਤਨ ਕੀ। ਜਿਹੜੇ ਤਨ ਦੀ ਸੁੱਧਤਾ ਵਾਸਤੇ ਨਹਾਉਣਗੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸਰੀਰ, ਉਹਨਾਂ ਦੀ ਦੇਹ ਵੀ ਅਰੋਗ ਹੋ ਜਾਵੇ, ਭਾਵ ਕਿ ਉਹਨੂੰ ਕੋਈ ਰੋਗ ਨਹੀਂ ਰਹੇਗਾ। ਬਹੁ ਮਹਿਮਾ ਸ੍ਰੀ ਮੁਖ ਤੇ ਕਹਿ ਗਏ। ਸਤਿਗੁਰੂ ਜੀ ਨੇ ਬੜੀ ਭਾਰੀ ਮਹਿਮਾ ਮੁਖ ਦੇ ਵਿੱਚੋਂ ਕਹਿਣਾ ਕੀਤੀ। ਚਲੇ ਕਰਤ ਪ੍ਰਸੰਨਾ ਚਹਿ ਕੇ। ਕਹਿੰਦੇ ਸਤਿਗੁਰੂ ਜੀ ਬੜੀ ਪ੍ਰਸੰਨਤਾ ਦੇ ਨਾਲ ਪਰਿਕਰਮਾ ਕਰਨ ਚੱਲ ਪਏ। ਤਖਤ ਅਕਾਲ ਬੈਠ ਮਨ ਭਾਏ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਜ ਕੇ ਦਰਸ਼ਨ ਦੇਣ ਲੱਗੇ। ਮੰਦਰ ਵਿਖੇ ਬਾਹਰ ਗੁਰ ਆਏ। ਫਿਰ ਸਤਿਗੁਰੂ ਜੀ ਆਪਣੇ ਮਹਿਲਾਂ ਦੇ ਵਿੱਚ ਆ ਗਏ। ਇੱਕ ਦਿਵਸ ਪਾਵਸ ਕੇ ਮਾਹੀ। ਕਹਿੰਦੇ ਇੱਕ ਦਿਨ ਮਨ ਦੇ ਵਿੱਚ ਵਿਚਾਰਿਆ ਕਿ ਹੁਣ ਵਰਖਾ ਦੀ ਰੁੱਤ ਆ ਗਈ ਹੈ। ਛਾਇ ਗਗਨ ਘਾਨ ਘਾਮ ਸੁਨਾਹੀ। ਚਾਰ ਸਵੇਰੇ ਦੇਖਿਆ ਕਿ ਬੱਦਲ ਹੀ ਬੱਦਲ ਛਾਏ ਹੋਏ ਹੈ। ਬਹੁਤ ਸ਼ਿਕਾਰ ਸ਼ਿਕਾਰ ਪਖਾਏ। ਕਹਿੰਦੇ ਸਤਿਗੁਰੂ ਜੀ ਸਵੇਰ ਹੁੰਦਿਆਂ ਹੀ ਸ਼ਿਕਾਰ ਖੇਡਣ ਵਾਸਤੇ ਚਲੇ ਗਏ। ਜਿਤ ਬਾਸਰ ਕੇ ਗ੍ਰਾਮ ਸੁਦਾਨੇ। ਜਿੱਥੇ ਕਿ ਬਾਸਰ ਕੇ ਨਗਰ, ਉੱਥੇ ਸਤਿਗੁਰੂ ਜੀ ਚਲੇ ਗਏ। ਸ੍ਰੀ ਗੁਰ ਅਮਰਦਾਸ ਕੋ ਥਾਨਾ। ਜਿੱਥੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ। ਰਾਮ ਦਰਸ਼ਨ ਕੋ ਬੰਧਨ ਠਾਨਾ। ਕਹਿੰਦੇ ਉਸ ਅਸਥਾਨ ਦੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸ਼ਨ ਦੀਦਾਰ ਕੀਤੇ। ਸੰਗ ਫੁਬਟ ਆਹਾਦੂ ਅਰਪਾਨਾ। ਨਾਲ ਬਾਬਾ ਭਾਨਾ ਜੀ ਹੈ, ਭਾਈ ਸਾਧੂ ਜੀ, ਹੋਰ ਵੀ ਸੂਰਬੀਰ ਨਾਲ ਹਨ। ਕਰ ਬੰਧਨ ਕੋ ਬਾਗ ਬਖਾਨਾ। ਸਤਿਗੁਰੂ ਜੀ ਨਮਸਕਾਰ ਕਰਕੇ ਤੇ ਉੱਥੇ ਕੁਝ ਸਮਾਂ ਸੱਜ ਗਏ। ਪ੍ਰਭੂ ਜੀ ਇਹੋ ਸਦਾਨ ਕਿਸ ਗੇਰਾ। ਕਹਿੰਦੇ ਬਾਬਾ ਭਾਨਾ ਜੀ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਕਿ ਗਰੀਬ ਨਵਾਜ ਇਹ ਕਿਹੜਾ ਤੀਰਥ ਹੈ, ਕਿਹਦਾ ਅਸਥਾਨ ਹੈ, ਕਿਹੜੇ ਸਤਿਗੁਰਾਂ ਦੇ ਚਰਨ ਪਏ। ਸਤਿਗੁਰੂ ਜੀ ਅੱਗੇ ਬੇਨਤੀ ਕੀਤੀ। ਆਓ ਨਿਮਰਤਾ ਧਰਿ ਮਹਿਰਾ। ਕਹਿੰਦੇ ਬੜੀ ਨਿਮਰਤਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਛਣਾ ਕੀਤਾ। ਸੁਣ ਸਤਿਗੁਰ ਸਭ ਕਥਾ ਸੁਣਾਈ। ਇਹ ਸੁਣ ਕੇ ਸਤਿਗੁਰੂ ਜੀ ਨੇ ਉੱਥੋਂ ਦੀ ਕਥਾ ਸੁਣਾਉਣਾ ਕੀਤੀ। ਸ੍ਰੀ ਗੁਰ ਅਮਰ ਸਭੇ ਸਥਾਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਸ਼ੋਭੇ ਸੀ। ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਦੀ ਪਾਵਨ ਪਵਿੱਤਰ ਧਰਤੀ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਰਹੇ ਸੀ। ਜਿਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪੁੱਤਰ ਬਾਬੇ ਦਾਤੂ ਨੂੰ ਪਤਾ ਲੱਗਿਆ ਕਿ ਸਾਰੀਆਂ ਸੰਗਤਾਂ ਗੋਇੰਦਵਾਲ ਹੀ ਤੁਰੀਆਂ ਜਾਂਦੀਆਂ, ਸਾਡੇ ਪਾਸ ਕੋਈ ਆਉਂਦਾ ਨਹੀਂ। ਇੱਕ ਦਿਨ ਬੜੇ ਕ੍ਰੋਧ ਦੇ ਨਾਲ ਬਾਬਾ ਦਾਤੂ ਜੀ ਕੁਝ ਸੇਵਕਾਂ ਨੂੰ ਨਾਲ ਲੈ ਕੇ ਤੇ ਗੋਇੰਦਵਾਲ ਗਏ। ਤੇ ਸਾਹਮਣੇ ਉਹ ਤੁਰੇ ਆਉਂਦੇ ਗੁਰੂ ਅਮਰਦਾਸ ਮਹਾਰਾਜ ਜੀ ਸਿੱਖਾਂ ਸੇਵਕਾਂ ਦੇ ਵਿੱਚ ਬਚਨ ਵਿਲਾਸ ਕਰ ਰਹੇ। ਤੇ ਸਤਿਗੁਰੂ ਜੀ ਨੇ ਦੂਰੋਂ ਤੱਕਣਾ ਨਾ ਕੀਤਾ ਤੇ ਬਾਬਾ ਦਾਤੂ ਜੀ ਨਜ਼ਦੀਕ ਆਏ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਖੀ ਦੇ ਵਿੱਚ ਲੱਤ ਮਾਰੀ। ਸਤਿਗੁਰੂ ਜੀ ਪੁੰਜੇ ਡਿੱਗ ਗਏ ਤੇ ਪੁੰਜੇ ਡਿੱਗ ਕੇ ਤੇ ਬਾਬਾ ਦਾਤੂ ਜੀ ਨੂੰ ਗੱਦੀ ਤੇ ਬਿਠਾ ਦਿੱਤਾ ਤੇ ਸਤਿਗੁਰੂ ਜੀ ਉਹਨਾਂ ਦੇ ਚਰਨ ਘੁੱਟਣ ਲੱਗ ਪਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਾਬਾ ਜੀ ਇਹ ਬੜੀ ਵੱਡੀ ਮੇਰੇ ਤੋਂ ਗਲਤੀ ਹੋਈ ਜਿਹੜਾ ਮੈਂ ਤੁਹਾਨੂੰ ਦੂਰੋਂ ਤੱਕਿਆ ਨਹੀਂ। ਤੁਸੀਂ ਮੇਰੇ ਗੁਰੂ ਜੀ ਦੇ ਸਾਹਿਬਜ਼ਾਦੇ ਹੋ,
ਮੇਰਾ ਫਰਜ਼ ਬਣਦਾ ਸੀ, ਤੁਸੀਂ ਦੂਰੋਂ ਆ ਰਹੇ, ਮੈਂ ਉੱਠ ਕੇ ਖੜਾ ਹੁੰਦਾ, ਤੁਹਾਡੇ ਵਾਸਤੇ ਗੱਦੀ ਵਿਹਲੀ ਕਰਦਾ। ਇਹ ਲੱਤਾਂ ਇਵੇਂ ਹੀ ਪੈਣੀਆਂ ਚਾਹੀਦੀਆਂ। ਆਪਣੇ ਆਪ ਨੂੰ ਨਿਮਾਣਾ ਜਾਣੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੀ ਮੇਰੇ ਤੋਂ ਬੜੀ ਗਲਤੀ ਹੋ ਗਈ ਹੈ, ਤੇ ਲੱਤ ਫੜ ਕੇ ਨਾ ਜਿਹੜੀ ਲੱਤ ਮਾਰੀ ਸੀ ਉਹਨੂੰ ਘੁੱਟਣ ਲੱਗ ਪਿਆ। ਤੇ ਨਾਲ ਕਹਿੰਦੇ ਬਾਬਾ ਜੀ ਤੁਹਾਡੇ ਚਰਨ ਬੜੇ ਕੋਮਲ, ਮੇਰਾ ਸਰੀਰ ਤੇ ਹੱਡੀਆਂ ਦੀ ਮੁੱਠ ਬਣ ਗਿਆ ਹੈ, ਤੁਹਾਡੇ ਚਰਨਾਂ ਨੂੰ ਬੜੀ ਸੱਟ ਲੱਗੀ ਹੋਵੇਗੀ, ਬੜਾ ਤੁਹਾਡਾ ਚਰਨ ਦੁਖਦਾ ਹੋਵੇਗਾ। ਨਾਲ ਉਹਨੂੰ ਘੁੱਟੀ ਜਾਂਦੀ। ਤੇ ਬਾਬਾ ਦਾਤੂ ਜੀ ਕ੍ਰੋਧ ਦੇ ਵਿੱਚ ਆਣ ਕੇ ਕਹਿੰਦੇ ਪੁਰਖਾ ਅਮਰਦਾਸ ਸਵੇਰੇ ਹੁੰਦਿਆਂ ਹੀ ਜਿੱਧਰ ਨੂੰ ਤੇਰਾ ਮੂੰਹ ਹੈ ਨਾ ਉਧਰ ਨੂੰ ਚਲੇ ਜਾਈ, ਗੱਦੀ ਤੇ ਨਾ ਬਵੀ। ਇਤੋਂ ਦੇ ਹੱਕਦਾਰ ਅਸੀਂ ਹੈ ਕਿ ਗੱਦੀ ਦੇ ਮਾਲਕ ਅਸੀਂ। ਗੁਰੂ ਅਮਰਦਾਸ ਮਹਾਰਾਜ ਜੀ 7 ਵਚਨ ਕਹਿ ਕੇ ਸ਼ਾਮ ਦਾ ਵੇਲਾ ਸੀ, ਮਹਿਲਾਂ ਦੇ ਵਿੱਚ ਗਏ, ਰਾਤ ਨੂੰ ਆਰਾਮ ਕੀਤਾ, ਤੜਕੇ ਉੱਠੇ 2 ਵਜੇ ਇਸ਼ਨਾਨ ਪਾਨ ਕੀਤਾ, ਗੋਇੰਦਵਾਲ ਤੋਂ ਨਿਕਲੇ ਗੁਰੂ ਜੀ। ਜਿਉਂ ਤੁਰੇ ਬਾਸਰ ਕੇ ਪਿੰਡ ਜਿੱਥੋਂ ਸਤਿਗੁਰੂ ਜੀ ਪਹਿਲੇ ਨਗਰ ਸੀ ਸਤਿਗੁਰੂ ਜੀ ਦਾ, ਉੱਥੇ ਚਲੇ ਗਏ। ਬਾਰ-ਬਾਰ ਦੇਖਦੇ ਆ ਜਾ ਕੇ, ਇੱਕ ਕਮਰਾ ਬਣਿਆ ਹੋਇਆ ਹੈ, ਪੁਰਾਣਾ ਕੱਚਾ ਕਮਰਾ। ਸਤਿਗੁਰੂ ਜੀ ਉਹਦੇ ਵਿੱਚ ਆਪਣੇ ਆਪ ਨੂੰ ਗੁਪਤ ਕਰ ਲਏ। ਬੂਹੇ ਤੇ ਲਿਖਾ ਕੇ ਲਾ ਦੇਣਾ ਕੀਤਾ ਕਿ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ। ਤੇ ਉਧਰੋਂ ਜਦੋਂ ਗੁਰੂ ਸਾਹਿਬ ਜੀ ਮਿਲੇ ਨਾ, ਸੰਗਤਾਂ ਬੇਘਰ ਹੋ ਗਈਆਂ ਕਿ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ। ਬਾਬਾ ਦਾਤੂ ਜੀ ਗੱਦੀ ਤੇ ਬੈਠ ਗਏ। ਹੁਣ ਸੰਗਤਾਂ ਕਿਵੇਂ ਜਾਣ? ਗੱਦੀ ਦੇ ਮਾਲਕ ਦੀ ਪੂਜਾ ਹੋਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਗੱਦੀ ਦੇ ਮਾਲਕ ਹੈ। ਜਿਸ ਵੇਲੇ ਇਹ ਕੁਝ ਦੇਖਿਆ, ਫਿਰ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ, ਤੁਹਾਨੂੰ ਪਤਾ ਹੈ। ਬਾਬਾ ਜੀ ਕਹਿੰਦੇ ਭਾਈ ਮੈਂ ਕਿਹੜਾ ਅੰਦਰ ਜਾਣੀ, ਕਿਉਂਕਿ ਨਿਮਰਤਾ ਦੇ ਘਰ ਦੇ ਵਿੱਚ ਬਾਬਾ ਬੁੱਢਾ ਸੀ। ਸੰਗਤ ਕਹਿੰਦੀ ਜੀ ਤੁਹਾਡੇ ਤੋਂ ਕਦੀ ਵਾਸਤੇ ਗੁਰੂ ਉਹਲੇ ਨਹੀਂ ਹੋ ਸਕਦੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਸੀ, ਬੁੱਢਿਆ ਮੈਂ ਤੇਰੇ ਤੋਂ ਉਹਲੇ ਨਾ ਹੋਸਾਂ, ਕਿ ਮੈਂ ਤੇਰੇ ਤੋਂ ਕਦੀ ਵਾਸਤੇ ਸ਼ਿਫਾਨਗਾ ਨਹੀਂ, ਤੇਰੇ ਪ੍ਰਤੱਖ ਤੈਨੂੰ ਦਰਸ਼ਨ ਹੋਣਗੇ। ਇਸ ਕਰਕੇ ਕਿਰਪਾ ਕਰੋ। ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਹੈ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ, ਕਿਉਂਕਿ ਜਿਨ੍ਹਾਂ ਕੋਲ ਰਹਿਮਤ ਬਖਸ਼ਿਸ਼ ਹੁੰਦੀ ਹੈ ਨਾ, ਉਹ ਪ੍ਰਤੱਖ ਨਹੀਂ ਦਿਖਾਉਂਦੇ। ਆਓ ਮੈਂ ਤੁਹਾਨੂੰ ਲੈ ਚੱਲਦਾ, ਇਹ ਕਿਹੜੀ ਗੱਲ ਹੈ। ਬਾਬਾ ਬੁੱਢਾ ਜੀ ਰਹਿਮਤਾਂ ਬਖਸ਼ਿਸ਼ਾਂ ਦੇ ਮਾਲਕ, ਕਹਿੰਦੇ ਭਾਈ ਮੈਨੂੰ ਤੇ ਪਤਾ ਨਹੀਂ ਹੈ, ਪਰ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਘੋੜੀ ਹੈ ਨਾ, ਉਹ ਗੁਰੂ ਸਾਹਿਬ ਜੀ ਨੂੰ ਲੱਭ ਲਵੇਗੀ। ਸੰਗਤਾਂ ਕਹਿੰਦੀਆਂ ਬਾਬਾ ਜੀ ਜਿਵੇਂ ਮਰਜ਼ੀ ਕਰਕੇ ਸਾਨੂੰ ਗੁਰੂ ਮਿਲਾਉਣਾ ਕਰੋ, ਅਸੀਂ ਗੁਰੂ ਜੀ ਦੇ ਦਰਸ਼ਨ ਕਰਨੇ, ਭਾਵੇਂ ਤੁਸੀਂ ਲੈ ਚੱਲੋ ਤੇ ਭਾਵੇਂ ਘੋੜੀ ਦੇ ਦੁਆਰਾ ਪ੍ਰਗਟ ਕਰੋ। ਉਹ ਘੋੜੀ ਨੂੰ ਕਸਰੇ ਨਾ ਕੀਤਾ, ਕਾਠੀ ਪਾ ਦਿੱਤੀ, ਸੁੰਦਰ ਵਸਤਰ ਪਾ ਦਿੱਤੇ, ਗੋਇੰਦਵਾਲ ਤੋਂ ਤੁਰ ਪਏ ਘੋੜੀ ਅੱਗੇ ਅੱਗੇ। ਤੇ ਬਾਸਰ ਕੇ ਜਦੋਂ ਆਈ ਇਹ ਘੋੜੀ, ਉਸ ਕਮਰੇ ਦੇ ਸਾਹਮਣੇ ਆਣ ਕੇ ਖੜੀ ਹੋ ਗਈ। ਸੰਗਤ ਕਹਿੰਦੀ ਬਾਬਾ ਜੀ ਇਹ ਕਮਰੇ ਦੇ ਬਾਰੇ ਹੁਣ ਦੱਸੋ। ਬਾਬਾ ਜੀ ਕਹਿੰਦੇ ਭਾਈ ਗੁਰੂ ਜੀ ਇਹ ਕਮਰੇ ਦੇ ਵਿੱਚ ਹੈ। 4 ਸਫੇਰੇ ਫਿਰ ਕੇ ਦੇਖਿਆ, ਬੂਹੇ ਤੇ ਲਿਖਿਆ ਹੋਇਆ ਹੈ ਕਿ ਉਹਦਾ ਮੂੰਹ ਕਾਲਾ ਕਰਾਂਗੇ। ਬਾਬਾ ਬੁੱਢਾ ਜੀ ਗਏ, ਉਹਨਾਂ ਨੇ ਆਪਣੇ ਮੂੰਹ ਤੇ ਕਾਲਖ ਮਲੀ ਤੇ ਪਿੱਛੋਂ ਦੀ ਛੰਨ ਲਾ ਲੈਣਾ ਕੀਤੀ ਕਿ ਗੁਰੂ ਜੀ ਦਾ ਬਚਨ ਹੈ, ਬੂਹਾ ਨਹੀਂ ਖੋਲਣਾ। ਆਪਾਂ ਬੂਹਾ ਨਹੀਂ ਖੋਲਦੇ, ਆਪਾਂ ਪਿੱਛੋਂ ਛੰਨ ਲਾ ਲੈਨੇ, ਗੁਰੂ ਦਾ ਬਚਨ ਵੀ ਪ੍ਰਤੱਖ ਪੂਰਾ ਰਹੇਗਾ। ਉਹਨਾਂ ਨੇ ਪਿੱਛੋਂ ਛੰਨ ਲਾ ਲਈ ਤੇ ਕੀ ਦੇਖਦੇ, ਸਤਿਗੁਰੂ ਜੀ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋਏ ਹੈ ਤੇ ਸਮਾਧੀ ਦੇ ਵਿੱਚ ਲੀਨ। ਬਾਬਾ ਬੁੱਢਾ ਜੀ ਨੂੰ ਤੱਕਿਆ ਤੇ ਚਿਹਰੇ ਤੇ ਕਾਲਖ ਮਲੀ ਹੈ। ਸਤਿਗੁਰੂ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਇਹ ਕੀ ਕੀਤਾ? ਤੁਸੀਂ ਸਾਨੂੰ ਆਵਾਜ਼ ਮਾਰ ਦਿੰਦੇ, ਅਸੀਂ ਆ ਜਾਂਦੇ, ਤੁਸੀਂ ਇਹ ਕਿਉਂ ਉਦਮ ਕੀਤਾ? ਬਾਬਾ ਜੀ ਕਹਿੰਦੇ ਸਤਿਗੁਰੂ ਜੀ ਆਪ ਜੀ ਦਾ ਹੁਕਮ ਸੀ, ਜੇ ਮੈਂ ਹੁਕਮ ਨਾ ਮੰਨਦਾ ਤੇ ਕੌਣ ਹੁਕਮ ਮੰਨਦਾ? ਫਿਰ ਸਤਿਗੁਰੂ ਜੀ ਬਾਹਰ ਨਿਕਲੇ ਤੇ ਨਾਲੇ ਬਚਨ ਕੀਤਾ, ਬਾਬਾ ਬੁੱਢਾ ਜੀ ਇਹ ਜਿਹੜਾ ਤੁਸੀਂ ਸੰਨ ਲਾਈ ਹੈ ਨਾ,
ਇਹ 84 ਕੱਟੀ ਜਾਇਆ ਕਰੇਗੀ। ਜਿਹੜਾ ਜੀਵ ਭਾਵਨਾ ਦੇ ਨਾਲ ਸਰਦਾ ਦੇ ਨਾਲ ਇਹਦੇ ਥਣੀ ਪਾਰ ਹੋਵੇਗਾ ਨਾ, ਉਹਦੀ 84 ਕੱਟੀ ਜਾਇਆ ਕਰੇਗੀ। ਉਸ ਅਸਥਾਨ ਦੀ ਗਾਥਾ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤਾਂ ਨੂੰ ਸੁਣਾ ਰਹੇ। ਸਤਿਗੁਰੂ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਇੱਥੇ ਆਣ ਕੇ ਛੁਪੇ ਹੋਏ ਹਨ। ਬ੍ਰਿਧ ਸਾਹਿਬ ਤਬ ਆਏ ਨਕਾਰੇ, ਬਾਬਾ ਬੁੱਢਾ ਜੀ ਨੇ ਆਣ ਕੇ ਇੱਥੋਂ ਪ੍ਰਗਟ ਕਰਨਾ ਕੀਤਾ। ਸੁਣ ਕਰ ਗਾਤ ਅਨੰਦਤ ਸਾਰੇ, ਕਹਿੰਦੇ ਸਾਰੇ ਸਿੱਖ ਬੜੇ ਪ੍ਰਸੰਨ ਹੋਏ। ਇਕ ਸਮੇਂ ਤੇ ਬੈਠਨ ਕਰਕੇ, ਕੁਝ ਸਮਾਂ ਸਤਿਗੁਰੂ ਜੀ ਉੱਥੇ ਬੈਠੇ ਰਹੇ। ਕਮਨੇ ਪੁਰ ਤਰੰਗ ਭਰ ਚਰ ਕੇ, ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਅੱਗੇ ਚਲੇ ਗਏ। ਮੰਦ ਮੰਦ ਮਾਰਗ ਮੈਂ ਜਾਤੇ, ਕਹਿੰਦੇ ਹੌਲੀ ਹੌਲੀ ਚੱਲਦੇ ਸਤਿਗੁਰੂ ਜੀ ਅੱਗੇ ਆ ਗਏ। ਭਾਨੇ ਸੰਗ ਕਰਤ ਸਭ ਬਾਤੈ, ਬਾਬਾ ਭਾਨਾ ਜੀ ਦੇ ਨਾਲ ਬਚਨ ਵਿਲਾਸ ਕਰਦੇ ਜਾਂਦੇ। ਹਰੇ ਵੀਰ ਮੈਂ ਬਰਨ ਵੀਰ, ਕਹਿੰਦੇ ਬਾਬਾ ਬੁੱਢਾ ਜੀ ਦੀ ਬੀੜ ਦੇ ਵਿੱਚ ਆ ਗਏ। ਰਤ ਸਾਹਿਬ ਇਸ ਥਲ ਕੇ ਤੀਰ, ਜਿੱਥੇ ਬਾਬਾ ਬੁੱਢਾ ਜੀ ਨਿਵਾਸ ਕਰਦੇ ਸੀ ਸਤਿਗੁਰੂ ਜੀ ਨੇ ਉਹ ਜਗ੍ਹਾ ਦੇਖਣਾ ਕੀਤੀ। ਭਾਈ ਚਲਤ ਗੁਰ ਕੇ ਗੁਰਦਾਸ, ਕਹਿੰਦੇ ਭਾਈ ਗੁਰਦਾਸ ਉਹ ਵੀ ਸਤਿਗੁਰਾਂ ਦੇ ਨਾਲ ਜਾ ਰਹੇ ਹਨ। ਦਿਸ ਦੇਖ ਕਹਿਓ ਸੁਖਦਾਸ, ਉਸ ਜਗ੍ਹਾ ਵੱਲ ਦੇਖ ਕੇ ਭਾਈ ਗੁਰਦਾਸ ਜੀ ਨੂੰ ਸਤਿਗੁਰੂ ਜੀ ਨੇ ਕਿਹਾ, ਰਤ ਸਾਹਿਬ ਕੋ ਬਸਨ ਸਤਾਨ, ਬਾਬਾ ਜੀ ਦਾ ਅਸਥਾਨ ਭਾਈ ਗੁਰਦਾਸ ਜੀ ਸਾਨੂੰ ਦੱਸਣਾ ਕਰੋ। ਤੋ ਕਹਾਂ ਤੇ ਕਹੋ ਪਛਾਨ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਵੀ ਬਿਰਧ ਜੀ ਦੇ ਨਾਲ ਰਹਿੰਦੇ ਹੋ। ਸਾਨੂੰ ਉਹ ਜਗ੍ਹਾ ਦੱਸੋ ਜਿੱਥੇ ਬਾਬਾ ਬੁੱਢਾ ਜੀ ਕੁੱਲੀ ਪਾ ਕੇ ਰਿਹਾ ਕਰਦੇ ਸੀ। ਸਿਰ ਕਾ ਸੰਗ ਰਹੇ ਤੁਮ ਦੋ, ਕਿਉਂਕਿ ਤੁਸੀਂ ਦੋਨੋਂ ਹੀ ਗੁਰੂ ਘਰ ਦੇ ਬੜੇ ਪਰਮ ਪਿਆਰੇ ਸਿੱਖ ਹੋ ਤੇ ਤੁਹਾਨੂੰ ਪਤਾ ਹੈ ਕਿੱਥੇ ਬਾਬਾ ਜੀ ਰਹਿੰਦੇ ਸੀ। ਇਸ ਕਰਕੇ ਅਸੀਂ ਉਹ ਜਗ੍ਹਾ ਨੂੰ ਨਮਸਕਾਰ ਕਰਨੀ ਹੈ। ਹੋਰ ਕਰਕੇ ਅਗਰੀ ਸਿਧ ਜੋ, ਤੁਸੀਂ ਗੁਰੂ ਘਰ ਦੇ ਮੁਖੀ ਸਿੱਖ ਜਾਣੇ ਜਾਂਦੇ ਹੋ। ਸੁਣਤ ਚਲਿਓ ਗੁਰਦਾਸ ਅਗਾਰੀ, ਕਹਿੰਦੇ ਇਹ ਸੁਣ ਕੇ ਭਾਈ ਗੁਰਦਾਸ ਜੀ ਅੱਗੇ ਲੱਗ ਗਏ। ਇਹ ਸਥਾਨ ਕੀ ਕੀਨ ਚਨਾਰੀ, ਉਸ ਅਸਥਾਨ ਤੇ ਜਾ ਕੇ ਬਾਬਾ ਜੀ ਦੀ ਉਹ ਜਿਹੜੀ ਜਗ੍ਹਾ ਸੀ ਉਹ ਸਤਿਗੁਰੂ ਜੀ ਨੂੰ ਦੱਸਣਾ ਕੀਤੀ। ਹਟ ਕਰ ਕਹਿਓ ਆਪ ਹਿਤ ਆਵੋ, ਕਹਿੰਦੇ ਸਤਿਗੁਰੂ ਜੀ ਨੂੰ ਆਵਾਜ਼ ਮਾਰੀ ਗਰੀਬ ਨਵਾਜ, ਇਹ ਜਗ੍ਹਾ ਹੈ ਬਾਬਾ ਬੁੱਢਾ ਜੀ ਦੇ ਨਿਵਾਸ ਵਾਲੀ। ਚਲੋ ਸੋ ਥਾਰ ਤਿਸ ਦਰਸ਼ਨ ਪਾਵੋ, ਜਿਹੜੇ ਅਸਥਾਨ ਦੇ ਆਪ ਜੀ ਦਰਸ਼ਨ ਕਰਨ ਵਾਸਤੇ ਆਏ ਹੋ। ਸੁਣਤ ਭਾਗ ਬਗ ਹਬ ਤਪਤਰੀਰਾ, ਕਹਿੰਦੇ ਸਤਿਗੁਰੂ ਜੀ ਆਪਣੇ ਘੋੜੇ ਤੋਂ ਉਤਰ ਪਏ। ਤੁਰਤ ਪਨੀਤ ਥਾਨ ਕੋ ਹੀਰਾ, ਤੁਰੰਤ ਹੀ ਉਸ ਪਵਿੱਤਰ ਅਸਥਾਨ ਨੂੰ ਜਾ ਕੇ ਨਮਸਕਾਰ ਕੀਤੀ। ਬਿਨ ਸਮਝਾਨ ਕਰੀ ਤਪ ਬੰਧਨ, ਕਹਿੰਦੇ ਬਾਬਾ ਬੁੱਢਾ ਜੀ ਜਾਣ ਕੇ ਜਿੱਥੇ ਬਾਬਾ ਬੁੱਢਾ ਜੀ ਤਪ ਕਰਦੇ ਰਹੇ ਸਤਿਗੁਰੂ ਜੀ ਨੇ ਇਹ ਜਾਣਿਆ ਕਿ ਬਾਬਾ ਬੁੱਢਾ ਜੀ ਬੈਠੇ ਹੋਣ। ਕਹਿੰਦੇ ਇਹ ਭਾਵਨਾ ਦੇ ਨਾਲ ਭਾਵੇਂ ਕਿ ਗੁਰੂ ਸਾਹਿਬ ਜੀ ਸਮਰੱਥ ਸਤਿਗੁਰੂ ਜੀ ਹੈ, ਪਰ ਸਾਨੂੰ ਗਿਆਨ ਦਿੰਦੇ ਆ ਭਾਈ ਜਿੱਥੇ ਜਾਣਾ ਹੈ ਨਾ ਉਹ ਪ੍ਰਤੱਖ ਮਨ ਦੇ ਵਿੱਚ ਲਿਆਣ ਕੇ ਭਾਵਨਾ ਲਿਆਣ ਕੇ ਤੇ ਉਹਦਾ ਫਲ ਪ੍ਰਾਪਤ ਹੋਵੇ। ਗੁਰਮੁਖ ਰੱਬ ਦੇ ਪਿਆਰੇ ਇਹੀ ਬਚਨ ਕਰਿਆ ਕਰਦੇ ਕਿ ਭਾਈ ਜੇ ਉਹ ਭਾਵਨਾ ਕਿਤੇ ਸਰਦਾ ਦੇ ਨਾਲ ਬਣ ਜਾਵੇ ਨਾ ਕਿ ਅਸੀਂ ਕਿੱਥੇ ਬੈਠੇ ਹਾਂ, ਕੀ ਸੁਣ ਰਹੇ ਹਾਂ, ਕਿਹਦਾ ਇਤਿਹਾਸ ਹੈ। ਕਹਿੰਦੇ ਉਹ ਪ੍ਰਤੱਖ ਗੁਰੂ ਸਾਹਿਬ ਦੀ ਹਾਜ਼ਰ ਨਾਜ਼ਰ ਹੈ ਮੇਰੀ ਭੈਣ, ਕਿਉਂਕਿ ਜਿਨ੍ਹਾਂ ਦਾ ਹਿਰਦਾ ਸੁੱਧ ਹੈ, ਬੜੀ ਵੱਡੀ ਭਾਵਨਾ ਹੈ ਗੁਰੂ ਸਾਹਿਬ ਜੀ ਦੇ ਉੱਪਰ, ਉਹ ਸੰਗਤ ਵਿੱਚ ਬੈਠੇ ਜਿਹੜਾ ਇਤਿਹਾਸ ਕਥਾ ਹੋ ਰਹੀ ਹੋਵੇ ਨਾ ਉਹ ਪ੍ਰਤੱਖ ਦਰਸ਼ਨ ਕਰ ਲੈਂਦੇ ਸਤਿਗੁਰੂ ਜੀ ਤਖਤ ਦੇ ਉੱਪਰ, ਤੇ ਉਵੇਂ ਹੀ ਉਹ ਆਪਣੀ ਸੁਰਤੀ ਬਿਰਤੀ ਨੂੰ ਉੱਥੇ ਲੈ ਜਾਂਦੇ, ਗੁਰੂ ਸਾਹਿਬ ਜੀ ਵਾਲੇ ਪ੍ਰਤੱਖ ਦਰਸ਼ਨ ਕਰ ਲੈਂਦੇ। ਇਹ ਰੱਬ ਦੇ ਪਿਆਰਿਆਂ ਦੀਆਂ ਗਾਥਾ ਹੈ ਜਿਹੜੇ ਜੁੜ ਜਾਂਦੇ। ਕਹਿੰਦੇ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕੇ ਉਸ ਜਗ੍ਹਾ ਦੇ ਕੋਲ ਗਏ। ਸਿਮਰ ਸਿਮਰ ਤਨ ਕੇ ਗੁਣ ਪ੍ਰਤਨ, ਕਹਿੰਦੇ ਬਾਬਾ ਬੁੱਢਾ ਜੀ ਦੇ ਗੁਣਾਂ ਨੂੰ ਯਾਦ ਕਰਨ ਲੱਗੇ। ਭਾਨਾ ਪੂਰ ਭਾਵਨਾ ਕਰਕੇ, ਕਹਿੰਦੇ ਬਾਬਾ ਭਾਨਾ ਜੀ ਬੜੀ ਭਾਵਨਾ ਦੇ ਨਾਲ ਆਪਣੇ ਪਿਤਾ ਜੀ ਦੇ ਅਸਥਾਨ ਨੂੰ ਨਮਸਕਾਰ ਕੀਤੀ। ਨਮੋ ਕੀਨ ਭੂਤਲ ਸਿਰ ਤਰਕੇ, ਕਹਿੰਦੇ ਆਪਣੀ ਭਾਵਨਾ ਦੇ ਨਾਲ ਆਪਣਾ ਜਿਹੜਾ ਮਹੱਤਵ ਹੈ ਉਸ ਜਗ੍ਹਾ ਨੂੰ ਸੁਹਾਵਣਾ ਕੀਤਾ। ਅਪਰ ਸਰਬ
ਕੇ ਬੰਧਨ ਠਾਨਾ। ਸਾਰਿਆਂ ਸਿੱਖਾਂ ਨੇ ਵੀ ਆਣ ਕੇ ਨਮਸਕਾਰ ਕੀਤੀ। ਇੱਕ ਸ੍ਰੀ ਸਤਿਗੁਰ ਬਾਗ ਬਖਾਨਾ। ਕਹਿੰਦੇ ਸਤਿਗੁਰੂ ਜੀ ਨੇ ਉੱਥੇ ਖੜੇ ਹੋ ਕੇ ਵਚਨ ਕੀਤਾ। ਅੰਜੀ ਸੁੰਦਰ ਇਹ ਬਣਾਵੋ। ਕਹਿਣ ਲੱਗੇ ਸਤਿਗੁਰੂ ਜੀ ਕੇ ਭਾਈ ਇਹ ਜਗ੍ਹਾ ਪੂਜਿਆ ਯੋਗ ਹੋਵੇਗੀ, ਇਹਦੀ ਚਣਵਾਈ ਕਰ ਦੇਣਾ ਕਰੋ। ਬਹੁਤ ਪ੍ਰਾਂਤ ਕੇ ਸਭ ਸੁਧਾਰੋ। ਕਹਿੰਦੇ ਸਤਿਗੁਰੂ ਜੀ ਨੇ ਹੁਕਮ ਦੇ ਦਿੱਤਾ, ਭਾਈ ਅੱਜ ਰਾਤ ਇੱਥੇ ਠਹਿਰਨਾ ਹੈ। ਦਿਨ ਚੜ੍ਹਦੇ ਤੀਕਰ ਇੱਥੇ ਬਾਬਾ ਜੀ ਦੀ ਯਾਦ ਦੇ ਵਿੱਚ ਇੱਕ ਸੁੰਦਰ ਥੜਾ ਉਸਾਰਨਾ ਕਰੋ। ਆਇਸ ਦੀਨਸ ਕਰਨ ਆਹਾਰੋ। ਕਹਿੰਦੇ ਆਗਿਆ ਦੇ ਕੇ ਸਤਿਗੁਰੂ ਜੀ ਪ੍ਰਸ਼ਾਦਾ ਛਕਣ ਲੱਗ ਪਏ। ਪਰਸ ਗ੍ਰਾਂਥ ਦੇ ਥਲਦਾਰੂ। ਸੁੰਦਰ ਗਲੀਚੇ ਤੇ ਦਰੀਆਂ ਵਿਛਾਉਣਾ ਕੀਤੀਆਂ। ਜੀ ਭਇਓ ਗੁਰ ਕੇ ਵਿਕਾਸ। ਕਹਿੰਦੇ ਸਤਿਗੁਰੂ ਜੀ ਦੇ ਵਚਨਾਂ ਦੇ ਨਾਲ ਉਹ ਅਸਥਾਨ ਪ੍ਰਗਟ ਹੋ ਗਿਆ। ਆਨੇ ਪੂਜਨ ਕੀਤ ਕਰਤਾਂਤ। ਬਾਬਾ ਭਾਨਾ ਜੀ ਨੇ ਸਾਰਾ ਵਰਤਾਂਤ ਪੁੱਛਣਾ ਕੀਤਾ। ਅਬ ਸਤਿਗੁਰ ਸਭ ਗਾਥ ਸੁਣਾਈ। ਸਤਿਗੁਰੂ ਜੀ ਨੇ ਉਹ ਸਾਰੀ ਗਾਥਾ ਸੁਣਾਉਣਾ ਕੀਤੀ। ਜੈਮਲ ਫਤਿਹ ਸਹ ਲੜਾਈ। ਸਤਿਗੁਰੂ ਜੀ ਕਹਿੰਦੇ ਜੈਮਲ ਫਤਿਹ ਦੀ ਬਾਦਸ਼ਾਹ ਅਕਬਰ ਦੇ ਨਾਲ ਜਦੋਂ ਲੜਾਈ ਹੋਈ ਚੱਲ ਅਕਬਰ ਸਿਧ ਗੁਰ ਟਿਕ ਆਇਓ। ਤੇ ਅਕਬਰ ਚੱਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਆਇਆ। ਮਹਿਮਾ ਜਾਣੀ ਸੀਸ ਨਵਾਇਓ। ਗੁਰੂ ਸਾਹਿਬ ਜੀ ਦੀ ਮਹਿਮਾ ਜਾਣ ਕੇ ਗੁਰੂ ਸਾਹਿਬ ਜੀ ਨੂੰ ਆਣ ਕੇ ਸੀਸ ਨਵਾਉਣਾ ਕੀਤਾ। ਇਹ ਸਭ ਅਰਪੇ ਗ੍ਰਾਮ ਕਰੋੜ। ਤੇ ਇਹ ਜਿਹੜੀ ਜਗ੍ਹਾ ਹੈ ਨਾ ਬਾਬਾ ਬੁੱਢਾ ਜੀ ਦੀ ਬੀੜ ਵਾਲੀ, ਕਹਿੰਦੇ ਇਹ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਅਰਪਣ ਕੀਤੀ। ਕਹਿ ਬਾਬਾ ਨੇ ਹੋਰ ਨ ਹੋਰ। ਕਹਿੰਦੇ ਕਿ ਬੜੇ ਹੋਰ ਵੀ ਭੇਟਾਂ ਅਰਪਣ ਕਰਨਾ ਕੀਤੀਆਂ। ਤਬ ਬੀੜ ਗੁਰੂ ਟਿਕ ਰਹਿਓ। ਉਦੋਂ ਤੋਂ ਲੈ ਕੇ ਇਹ ਬੀੜ ਗੁਰੂ ਕੀ ਬੀੜ ਵਜਦੀ, ਜਿਹਦਾ ਨਾਮ ਬਾਬਾ ਬੁੱਢਾ ਵਾਲੀ ਬੀੜ ਵੀ ਕਿਹਾ ਜਾਂਦਾ ਹੈ। ਰਿੱਧ ਸਾਹਿਬ ਬਾਬਾ ਸਾ ਰਹਿਓ। ਕਿਉਂਕਿ ਬਾਬਾ ਬੁੱਢਾ ਜੀ ਬੜਾ ਸਮਾਂ ਇੱਥੇ ਤਪ ਕਰਦੇ ਰਹੇ। ਇਤਿ ਆਦਿਕ ਬਾਬਾ ਕਬਿਲਾਸ। ਕਹਿੰਦੇ ਇਤ ਆਦਿਕ ਬਾਬਾ ਬੁੱਢਾ ਜੀ ਦੇ ਬਚਨ ਬਿਲਾਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਉਣਾ ਕੀਤੇ। ਤਰਕ ਰਹੇ ਕੋ ਕਮਲ ਪ੍ਰਕਾਸ਼। ਕਹਿੰਦੇ ਜਿਨ੍ਹਾਂ ਦਾ ਚਿਹਰਾ ਕਮਲ ਦੇ ਫੁੱਲ ਦੇ ਵਾਂਗੀ ਖਿੜਿਆ ਹੋਇਆ ਹੈ। ਸੁੰਦਰ ਸੁਖ ਸਗਨ ਅਨਹਾਰਾ। ਕਹਿੰਦੇ ਉੱਤੇ ਬੱਦਲ ਬੜੇ ਸੋਹਣੇ ਛਾਏ ਹੋਏ ਹੈ। ਸ਼ੀਤਲ ਸਭੈ ਅਸਰ ਅਨਮਾਇਆ। ਕਹਿੰਦੇ ਠੰਡੀ ਠੰਡੀ ਹਵਾ ਵਗਣ ਲੱਗੀ। ਪਵਨ ਗਉਣ ਕੋ ਨਿਪਤ ਮੰਦ। ਕਹਿੰਦੇ ਕਿ ਹਵਾ ਜਿਹੜੀ ਹੈ ਨਾ ਬੜੀ ਮਿੱਠੀ ਮਿੱਠੀ ਸਤਿਗੁਰਾਂ ਦੇ ਪਾਸ ਵਗ ਰਹੀ ਹੈ। ਸ੍ਰੀ ਹਰਿਗੋਬਿੰਦ ਤਪਤ ਆਨੰਦ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਵਿੱਚ ਬੜੇ ਆਨੰਦ ਦੇ ਨਾਲ ਬੈਠੇ ਹੋਏ। ਚੌਦਸ ਮੈਂ ਹਰਿਆਵਲ ਦਿਖਿਅਤ। ਚਾਰ ਸਫੇਰੇ ਬੀੜ ਦੇ ਵਿੱਚ ਦਰਖਤ ਵੀ ਹਰੇ ਭਰੇ ਦਿਖਾਈ ਦਿੰਦੇ। ਇੰਦਰ ਬਧੂ ਨਿੰਦਰੇ ਵਿੱਚ ਤਖੀਆ। ਕਹਿੰਦੇ ਚੀਚ ਕਬੋਟੀਆਂ ਉਹ ਧਰਤੀ ਦੇ ਉੱਪਰ ਛਾਈਆਂ ਹੁੰਦੀਆਂ। ਛੋਟੇ ਛੋਟੇ ਜਾਨਵਰ ਹੁੰਦੇ ਆ, ਜਿਸ ਤਰ੍ਹਾਂ ਪਹਿਲੇ ਰੇਸ਼ਮ ਜੀ ਦਾ ਕੱਪੜਾ ਹੁੰਦਾ ਹੈ, ਇਦਾਂ ਦੇ ਉਹ ਠੰਡੀ ਧਰਤੀ ਦੇ ਵਿੱਚੋਂ ਪ੍ਰਗਟ ਹੁੰਦੀਆਂ ਤੇ ਉਹ ਮੁੜ ਕੇ ਆਪ ਹੀ ਸਮਾ ਜਾਂਦੀਆਂ। ਉਹ ਕਹਿੰਦੇ ਲਾਲ ਰੰਗ ਦੀਆਂ ਧਰਤੀ ਦੇ ਉੱਪਰ ਘੁੰਮ ਰਹੀਆਂ ਹਨ। ਧਨ ਆਵਣੀ ਮਨ ਆਨੰਦ ਕੋਈ। ਕਹਿੰਦੇ ਕਿ ਇਉਂ ਹੈ ਕਿ ਜਿਵੇਂ ਧਰਤੀ ਹੀਰਿਆਂ ਦੇ ਨਾਲ ਪਰੋਈ ਹੋਵੇ। ਨੀਲ ਓੜਨੀ ਨੀਨੀ ਸੋਈ। ਕਹਿੰਦੇ ਮਨੋਂ ਉੱਪਰ ਬੱਦਲ ਨੀਲੇ ਰੰਗ ਦਾ, ਜਿਵੇਂ ਉੱਪਰ ਚਾਨਣੀ ਤਾਣੀ ਹੋਵੇ। ਬਹੁਤ ਬਹਾਰ ਬਲੋਕ ਤਗੁਰੂ। ਕਹਿੰਦੇ ਬਹੁਤ ਬਹਾਰ ਸੁੰਦਰ ਦੇਖਣਾ ਕੀਤੀ। ਇਤੋਤ ਵਿਚਰਤ ਜਨ ਅਰੋ। ਕਹਿੰਦੇ ਗੁਰੂ ਸਾਹਿਬ ਜੀ ਇੱਧਰ ਉੱਧਰ ਵਿਚਰ ਕੇ ਬਾਬਾ ਜੀ ਦੀ ਬੀੜ ਦੇ ਦਰਸ਼ਨ ਦੀਦਾਰ ਕਰਨ ਲੱਗੇ। ਸੋ ਇਤੋਂ ਤੀਕਰ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਸਮਾਂ ਕੁਝ ਰਹਿੰਦਾ ਹੈ। ਸਪੀਕਰ ਕੋਈ ਪਤਾ ਨਹੀਂ ਕੀ ਹੋਇਆ ਹੈ, ਜ਼ਿਆਦਾ ਹੀ ਥੋੜਾ ਜਿਹਾ ਜਾਂ ਵੱਧ ਹੋ ਜਾਂਦੀ ਹੈ ਜਾਂ ਥੋੜੀ ਹੋ ਜਾਂਦੀ ਹੈ। ਇਸ ਕਰਕੇ ਉਹ ਪਹਿਲੇ ਤੇ ਸੁਰਤੀ ਦਿੱਤੀ ਏਦਾਂ ਦੀ ਹੋ ਗਈ ਹੈ ਕਿ ਸਪੀਕਰ ਜਿੰਦਰਾ ਵੱਜਾ ਹੋਇਆ ਹੈ। ਆਵਾਜ਼ ਮਾਰਨੀ ਪੈਂਦੀ ਕਿ ਭਾਈ ਵਾਏ ਠੀਕ ਹੋ, ਕਦੀ ਜ਼ਿਆਦਾ ਕਰ ਜਾਂਦੇ ਕਦੀ ਥੋੜੀ ਕਰ ਜਾਂਦੇ, ਕਿਉਂਕਿ ਬੋਲਣਾ ਹੁੰਦਾ ਹੈ। ਬੈਠਣ ਲੱਗੇ ਜੇ ਦਿਮਾਗ ਕਿਦਾਂ ਹੋ ਜਾਏ ਫਿਰ ਉਹ ਰਸ ਨਹੀਂ ਆਉਂਦਾ, ਫਿਰ ਤੇ ਹੁੰਦਾ ਸਮਾਂ ਹੀ ਪੂਰਾ ਕਰਨਾ। ਇਸ ਕਰਕੇ ਇੱਥੇ ਕਥਾ ਦੀ ਸਮਾਪਤੀ ਕੀਤੀ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਕਿਤੇ ਵਿਸਰ ਜ਼ਿਆਦੀ ਹੋ ਜਾਂਦੀ ਹੈ, ਕਿਤੇ ਥੋੜੀ ਹੋ ਜਾਂਦੀ ਹੈ।
ਪਤਾ ਨਹੀਂ ਜੇ ਕਿਸੇ ਨੇ ਉਹਨੂੰ ਛੇੜਤਾ ਉਹਦੇ ਵਿੱਚੋਂ ਕੀ ਕਿਸੇ ਨੇ ਕੱਢ ਕੇ ਖਾ ਲੈਣਾ। ਗੁਰੂ ਕਿਰਪਾ ਕਰੇ, ਸਮਤ ਬਖਸ਼ੇ ਸਾਨੂੰ ਸਾਰਿਆਂ ਨੂੰ ਕਿ ਗੁਰੂ